सानू डर है कि बुढ़ापे दे आके बच्चे छड़ ना देन। वो गलत राह ते ना पै जान। दिस इज अ फेयर इन अ पेरेंट ਜਿਹੜਾ ਉਹਨਾਂ ਨੂੰ ਇਹ ਰਸਤਾ ਇਖਤਿਆਰ ਕਰਨ ਲਈ ਮਜਬੂਰ ਕਰਦਾ ਹੈ, ਪਰ ਇਟ ਇਜ਼ ਨਾਟ ਦ ਰਾਈਟ ਪਾਥ। ਕਿਉਂਕਿ ਜਿਹੜਾ ਥੋੜਾ ਬਹੁਤ ਵੀ ਤੁਹਾਡੇ ਬੱਚੇ ਕੋਲੋਂ ਤੁਹਾਨੂੰ ਕੋਆਪਰੇਸ਼ਨ ਮਿਲ ਰਹੀ ਹੈ, ਇੱਜ਼ਤ ਮਾਨ ਮਿਲ ਰਿਹਾ ਹੈ, ਉਹ ਓਵਰ ਸੈਲਿੰਗ ਦੇ ਵਿੱਚ ਜਾ ਕੇ ਨਾ ਖਤਮ ਹੋ ਜਾਂਦਾ ਹੈ। ਵੱਡੀ ਜਨਰੇਸ਼ਨ ਆਫ ਪੇਰੈਂਟਸ ਹੈ, ਦੇ ਆਲਸੋ ਵੁਡਨਟ ਵਾਂਟ ਕਿ ਮੇਰੇ ਬੱਚੇ ਡਰਨ ਮੇਰੇ ਤੋਂ। ਜੇ ਫੇਰ ਵੀ ਇੱਕ ਕਨੈਕਟ ਨਹੀਂ ਹੈ ਬੱਚੇ ਦੇ ਨਾਲ, ਦੇ ਆਰ ਅਨੇਬਲ ਟੂ ਹੈਵ ਇਟ, ਹਾਊ ਟੂ ਬਿਕਮ ਅ ਸੇਫਟੀ ਨੈਟ ਫॉर योर ਕਿਡਸ। ਤੁਸੀਂ ਇੱਕ 30 ਸਾਲ ਦੀ ਬ੍ਰੇਨ ਜਾਂ 40 ਸਾਲ ਦੀ ਬ੍ਰੇਨ ਜਾਂ 20 ਸਾਲ ਦੀ ਬ੍ਰੇਨ ਇੱਕ 4 ਸਾਲ ਦੀ ਬ੍ਰੇਨ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਤੁਸੀਂ 14 ਸਾਲ ਦੇ ਨਾਲ ਵੀ ਨਹੀਂ ਕਰ ਸਕਦੇ। ਦੈਟ ਇਜ਼ ਮਾਈ ਸਨ ਇਜ਼ 16 ਸਾਲ ਦਾ ਹੈ। ਮੈਨੂੰ ਉਹਦੇ ਬ੍ਰੇਨ ਲੈਵਲ ਦੇ ਆ ਕੇ ਗੱਲ ਕਰਨੀ ਪੈਂਦੀ ਹੈ, ਕਿਉਂਕਿ ਸਮਟਾਈਮਸ ਯੂ نو ਹੀ ਰੀਜ਼ਨਸ ਵਿਦ ਮੀ। ਮੇਰੇ ਦੋਨੋਂ ਬੱਚੇ ਹੈਵ ਰੇਜ਼ਡ ਟੂ ਹੈਵ ਐਨ ਓਪੀਨੀਅਨ ਐਂਡ ਆਸਕ ਮੀ ਕੁਐਸਚਨਸ ਐਂਡ ਦੇ ਚੈਲੰਜ ਮੀ। ਕਈ ਵਾਰ ਤਾਂ ਮੈਂ ਆਪ ਸੋਚਦੀ ਹਾਂ ਕਿ ਗਲਤ ਹੋ ਗਿਆ ਕਿ ਇੰਨਾ ਚੈਲੰਜ ਕਰ ਜਾਂਦੇ ਹੋ, ਅੱਧੇ ਟਾਈਮ ਤਾਂ ਮੇਰੇ ਕੋਲ ਜਵਾਬ ਨਹੀਂ ਹੁੰਦਾ। ਯੂ ਟਚਡ ਬੇਸ ਔਨ ਅ ਬਿਟ ਔਨ ਆਨਲਾਈਨ ਗੇਮਿੰਗ। ਇਹਨੇ ਮੈਂ ਦੇਖਿਆ ਪੰਗੇ ਵਾਲੀ ਚੀਜ਼ ਹੈ, ਇਹ ਬੱਚਿਆਂ ਵਾਸਤੇ ਚੀਜ਼ ਹੈ। ਹਲਕਾ ਜਿਹਾ ਆਪਾਂ ਥੋੜਾ ਡਿਟੇਲ ਜੇ ਇਹਦੇ ਉੱਪਰ ਕਰ ਪਾਈਏ ਤਾਂ ਹੈ ਕਿੱਦਾਂ ਦੇ ਪਲੇਟਫਾਰਮਸ ਨੇ ਜਿਹੜਾ ਬੱਚੇ ਯੂਜ਼ ਕਰ ਰਹੇ, ਹਾਊ ਦੇ ਕੈਨ ਬੀ ਗਰੂਮਡ, ਕਿ ਉਹ ਰੋਕੀ ਵੀ ਜਾ ਸਕਦੀ ਹੈ ਕਿ ਬੱਚਾ ਖੇਡਣਾ ਜਾਂਦਾ ਖੇਡ ਲੈ, ਪਰ ਕੁਝ ਹੈ ਤਰੀਕਾ। 100% ਤੇ ਨਹੀਂ ਰੋਕੀ ਜਾ ਸਕਦੀ ਕ੍ਰਿਸ਼ਨਾ, ਬਿਕਾਜ਼ ਰੋਬਲੌਕਸ ਹੋ ਗਿਆ, ਮਾਈਨਕ੍ਰਾਫਟ ਹੋ ਗਈ, ਸਾਰੀ ਗੇਮਿੰਗ ਜ਼ੋਨਸ ਅੱਜਕੱਲ ਇੱਕ ਫੀਚਰ ਦੇ ਨਾਲ ਆਉਂਦੀ ਹੈ ਚੈਟ। ਦੈਟ ਮੀਨਸ ਦੇ ਕੈਨ ਹੈਵ ਅ ਕਨਵਰਸੇਸ਼ਨ ਵਿਦ देयर ਫਰੈਂਡਸ। ਇਹ ਗਰੁੱਪ ਦੇ ਵਿੱਚ ਖੇਡਦੇ ਨੇ। ਫੋਰਟਨਾਈਟ ਹੋ ਗਈ। ਅੱਛਾ, ਇਹਦੇ ਵਿੱਚ ਕੀ ਹੁੰਦਾ ਹੈ, ਤੁਹਾਨੂੰ ਰਿਕੁਐਸਟ ਆਉਂਦੀ ਹੈ, ਤੁਹਾਨੂੰ ਆਪਣੀ ਟੀਮ ਵੀ ਵੱਡੀ ਕਰਨੀ ਹੁੰਦੀ ਹੈ ਤਾਂ ਕਿ ਤੁਸੀਂ ਜਿੱਤ ਸਕੋ। ਮੈਂ ਇੱਥੇ ਦੇ ਬੱਚਿਆਂ ਦੇ ਅੰਦਰ ਇਸ ਤਰ੍ਹਾਂ ਦੀ ਚੀਜ਼ ਦੇਖਦਾ ਨਹੀਂ, ਤਾਂ ਮੈਂ ਕਈ ਵਾਰੀ ਇਹ ਵੀ ਵੇਖਦਾ ਕਿ ਦੇ ਆਰ ਵੈਰੀ ਮਚ ਸਪੂਨ ਫੈਡ। ਕੀ ਕਹਿੰਦੇ, ਮੇਰੀ ਖੁਦ ਦੀ ਸੋਚ ਵੀ ਹੋਵੇ ਇਟ ਇਜ਼ ਇਨਸਿਕਿਉਰਿਟੀ ਔਰ ਅ ਫੇਕ ਕੰਪੀਟੀਸ਼ਨ ਦੈਟ ਵੀ ਬ੍ਰਿੰਗ ਵਿਦ ਅਸ ਫਰਮ ਓਵਰਸੀਜ਼। ਜਿਹੜੇ ਐਜ਼ ਅ ਸੈਡ ਇਮੀਗ੍ਰੈਂਟ ਪੇਰੈਂਟ ਨਾ ਆਪਣਾ ਬੋਝ ਨਾਲ ਲੈ ਕੇ ਤੁਰੇ ਹੋਏ ਨੇ। ਫॉर ਐਗਜ਼ਾਮਪਲ ਆਈ ਵਰਕ ਇਨ ਅ ਕਾਰਪੋਰੇਟ এনवायरमेंट, ਉੱਥੇ 4 ਗੋਰੇ ਗੱਲ ਕਰਦੇ ਨੇ, ਕੋਈ ਫੁੱਟੀ ਦੀ ਗੱਲ ਕਰ ਰਿਹਾ ਹੈ, ਕੋਈ ਬੈਡਮਿੰਟਨ ਦੀ ਗੱਲ ਕਰ ਰਿਹਾ ਹੈ। ਮੈਨੂੰ ਲੱਗਦਾ ਯਾਰ ਜੇ ਮੈਨੂੰ ਬਚਪਨ 'ਚ ਨਹੀਂ ਮਿਲਿਆ, ਮੈਂ ਆਪਣੇ ਬੱਚੇ ਨੂੰ ਸਭ ਸਿਖਾਵਾਂਗੀ ਤਾਂ ਕਿ ਕੱਲ ਨੂੰ ਗੋਰਿਆਂ ਨੂੰ ਜਵਾਬ ਦੇ। ਦੈਟ ਇਜ਼ ਅ ਰੋਂਗ ਮੈਂਟੈਲਿਟੀ। ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਮੇਰੇ ਨਾਲ ਅੱਜ ਬਣੇ ਹੋਏ ਨੇ ਦੀਪਿਕਾ ਜੀ। ਲਾਸਟ ਟਾਈਮ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਵੀ ਸਪੋਕ ਅਬਾਊਟ NDIS ਐਂਡ ਅੱਜ ਅਸੀਂ ਗੱਲਬਾਤ ਕਰਾਂਗੇ ਥੋੜ੍ਹੇ ਮੋਰ ਆਫ ਅ ਅੰਬਰੇਲਾ ਟਰਮੀਨੋਲੋਜੀ, ਜੇ ਆਪਾਂ ਕਹਿ ਲਈਏ ਕਿ ਮੈਂਟਲ ਹੈਲਥ ਬਾਰੇ ਗੱਲ ਕਰ ਲਈ, ਜਾਂ ਫਿਰ ਆਪਾਂ ਕਹਿ ਲਈਏ ਕਿ ਹਾਊ ਇਮੀਗਰੈਂਟ ਲਾਈਵਸ, ਸਾਡੇ ਖਿੱਤੇ ਦੇ ਲੋਕ ਜਦੋਂ ਇੱਥੇ ਆ ਕੇ ਰਹਿੰਦੇ ਆ, ਉਹਨਾਂ ਦੇ ਚੈਲੰਜਸ ਕਿਸ ਤਰ੍ਹਾਂ ਦੇ ਨੇ, ਕਿਸ ਤਰ੍ਹਾਂ ਦਾ ਮੈਂਟਲ ਟੋਲ ਉਹਨਾਂ 'ਤੇ ਰਹਿੰਦਾ। ਐਂਡ ਮੋਸਟ ਇੰਪੋਰਟੈਂਟਲੀ ਜਿਹੜੀ ਥੋੜ੍ਹੀ ਆਪਾਂ ਗੱਲਬਾਤ ਨਹੀਂ ਕਰ ਪਾਉਂਦੇ ਜਿਸ ਬਾਰੇ, ਬੱਚਿਆਂ ਨੂੰ ਲੈ ਕੇ, ਕਿਉਂਕਿ ਦੇ ਮਾਈਟ ਬੀ ਬੋਰਨ ਐਂਡ ਬ੍ਰੌਟ ਅਪ ਹੇਅਰ, ਜਾਂ ਫਿਰ ਕੋਈ ਹੈ ਨਾ ਬਹੁਤ ਘੱਟ ਉਮਰ 'ਚ ਇੱਥੇ ਆ ਕੇ ਵੱਡੇ ਹੁੰਦੇ ਆ, ਉਹਨਾਂ ਦੇ ਵੀ ਚੈਲੰਜਸ ਨੇ, ਪੀਅਰ ਪ੍ਰੈਸ਼ਰ ਆ, ਹੈ ਨਾ। ਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸਾਡੀ ਅੱਜ ਦੀ ਐਕਸਪਰਟ ਸਾਡੇ ਨਾਲ ਬਣੀ ਹੋਈ ਹੈ ਦੀਪਿਕਾ ਜੀ। ਵੈਲਕਮ ਮੈਡਮ, ਕਿਵੇਂ ਹੋ? ਠੀਕ ਠਾਕ? ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ। ਰੱਬ ਰੱਖਾ। ਸੋ ਕੀ ਚੱਲ ਰਿਹਾ ਵੈਸੇ? ਹਾਊ ਆਰ ਯੂ? ਥੋੜਾ ਜਿਹਾ ਲੇਟ ਹੋ ਗਿਆ, ਜਿਨ੍ਹਾਂ ਨੇ ਸਾਨੂੰ ਹਲਕੀ ਜਿਹੀ ਵੇਟ ਕਰਾਈ ਹੈ ਬੱਚਿਆਂ ਕਰਕੇ ਹੈ ਨਾ। ਇਸ ਕਰਕੇ ਆਪਾਂ ਕਿਹਾ ਜੀ ਬੱਚਿਆਂ ਬਾਰੇ ਹੀ ਗੱਲ ਕਰਦੇ ਹਾਂ ਅੱਜ ਆਪਾਂ, ਕਿ ਵਾਟ ਇਜ਼ ਹੈਪਨਿੰਗ ਐਂਡ ਵਾਟਸ ਰੀਅਲੀ ਬੋਦਰਿੰਗ ਕਿਡਸ ਦੀਸ ਡੇਜ਼, ਹੈ ਨਾ। ਸੋ ਕਿਆ ਚੱਲ ਰਿਹਾ ਬਈ? ਬੇਸਿਕਲੀ ਵਾਟ ਹੈਪਨਸ ਇਜ਼, ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਇਮੀਗ੍ਰੈਂਟ ਪੇਰੈਂਟਸ ਹਾਂ, ਸਾਡੀ ਐਕਸਪੈਕਟੇਸ਼ਨਸ ਡਿਫਰੈਂਟ ਨੇ। ਵੀ ਰੇਜ਼ ਆਰ ਕਿਡਸ ਜਿੱਦਾਂ ਅਸੀਂ ਰੇਜ਼ ਹੋਏ ਹਾਂ, ਯੂ ਨੋ। ਸਾਡੀ ਐਕਸਪੈਕਟੇਸ਼ਨ ਹੁੰਦੀ, ਅਸੀਂ ਮਾਂ ਪਿਓ ਅੱਗੇ ਨਹੀਂ ਬੋਲੇ, ਅਸੀਂ ਕਹਿ ਰਹੇ ਛੇਤੀ ਤਿਆਰ ਹੋ ਜਾਓ ਤਾਂ ਇੱਕ ਆਵਾਜ਼ 'ਤੇ ਤਿਆਰ ਹੋ ਜਾਓ। ਵੀ ਫੇਸ ਦੋਜ਼ ਚੈਲੰਜਸ ਐਂਡ ਸਮਟਾਈਮਸ ਗੁੱਸਾ ਬੱਚਿਆਂ 'ਤੇ ਨਿਕਲਦਾ ਕਹਿ ਕੇ, ਜਦੋਂ ਅਸੀਂ ਸੀ ਯੂ ਨੋ ਵੀ ਯੂਜ਼ਡ ਟੂ ਡੂ ਦਿਸ, ਇੱਕ ਆਵਾਜ਼ 'ਤੇ ਅਸੀਂ ਕਰਦੇ ਸੀ। ਯੂ ਡੋਂਟ ਰਿਅਲਾਈਜ਼ ਅਸੀਂ ਕਿੰਨੀ ਸਟਰਗਲ ਕੀਤੀ ਇੱਥੇ ਆ ਕੇ, ਯੂ ਨੋ। ਐਂਡ ਵੀ ਸਮਟਾਈਮਸ ਫੀਲ ਕਿ ਬਾਹਰ ਵਾਲੇ ਤਾਂ ਸੁਣ ਨਹੀਂ ਰਹੇ, ਘੱਟ ਤੋਂ ਘੱਟ ਘਰ ਵਾਲੇ ਸੁਣਨ। ਤੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਚਾਰੇ ਜਿਹੜੇ ਵਲਨਰੇਬਲ ਹੁੰਦੇ ਨੇ ਉਹ ਬੱਚੇ ਹੁੰਦੇ ਨੇ, ਬਿਕਾਜ਼ ਦੇ ਕਾਂਟ ਰੀਅਲੀ ਰੀਜ਼ਨ ਵਿਦ ਯੂ। ਐਂਡ ਕਹਿੰਦੇ ਨਾ ਜਿਹੜੀ ਮਾਰ ਪੈਂਦੀ ਹੈ ਇਮੀਗ੍ਰੈਂਟ ਫੈਮਲੀਆਂ ਦੀ, ਉਹ ਬੱਚਿਆਂ ਦੇ ਉੱਤੇ ਨਿਕਲਦੀ ਹੈ। ਐਂਡ ਵੈਨ ਆਈ ਸੇ ਮਾਰ, ਇਟ ਡਜ਼ਨਟ ਮੀਨਸ ਫਿਜ਼ੀਕਲੀ। ਜਿਹੜਾ ਬੋਝ ਹੈਗਾ, they carry it on their shoulders, Krishna. ਹਾਂ, ਮੈਂ ਇਹ ਟੂ ਸਪਲੀਮੈਂਟ ਯੋਰ ਪੁਆਇੰਟ, ਇਹ ਮੈਂ ਵੇਖਿਆ ਵੀ ਆ। ਮੈਂ ਆਪਣੇ ਲੈਵਲ 'ਤੇ ਵੀ ਕਈ ਵਾਰੀ ਸੋਚਦਾ ਹੁੰਦਾ ਕਿ ਲੈਟ ਸਪੋਜ਼ ਆਈ ਵਿਲ ਟੇਕ ਮਾਈ ਸੈਲਫ ਐਜ਼ ਅ ਐਗਜ਼ਾਮਪਲ, ਹੈ ਨਾ। ਆਈ ਐਮ ਨੋਟ ਅ ਪੇਰੈਂਟ ਯੈਟ, ਪਰ ਸਮਝੋ ਮੈਂ ਇੱਥੇ ਆਇਆ ਐਂਡ ਮੇਰੇ ਵਰਗੇ ਕਿੰਨੇ ਲੋਕ ਆਏ ਹੋਣਗੇ, ਉਹਨਾਂ ਦੀ ਹੁਣ ਫੈਮਲੀਜ਼ ਵੀ ਨੇ, ਹੈ ਨਾ। ਕਿ ਮੇਰੀ ਸਟਰਗਲ ਮੇਰੀ ਪਰਸਨਲ ਸਟੋਰੀ ਹੈ, ਜੀ,
ਹਨਾ। ਪਰ ਕਿਉਂਕਿ ਸਟਰਗਲ ਇੰਨਾ ਹੈਵੀ ਰਿਹਾ ਹੁੰਦਾ ਕਈ ਲੋਕਾਂ ਦਾ, ਸ਼ਾਇਦ ਉਹ ਜ਼ਰੂਰੀ ਵੀ ਸਮਝਦੇ ਆ ਕਿ ਅਗਲੀ ਜਨਰੇਸ਼ਨ ਤੱਕ ਪਤਾ ਲੱਗੇ ਕਿ ਵਿਚ ਇਜ਼ ਗੁੱਡ, ਵਿਚ ਇਜ਼ ਫੇਅਰ ਆਲਸੋ। ਪਰ ਇੱਕ ਲੈਵਲ ਤੇ ਮੈਨੂੰ ਲੱਗਦਾ ਕਿ ਸ਼ਾਇਦ ਉਸ ਬੱਚੇ ਤੇ ਬੋਝ ਹੈ ਕਿ ਇੱਕ ਲੈਗੇਸੀ ਉਹਦੇ ਤੇ ਸ਼ਾਇਦ ਥੋਪੀ ਨਾ ਜਾਵੇ। ਦਿਸ ਹੈਪਨਸ ਰਾਈਟ, ਇਟ ਹੈਪਨਸ ਅ ਲੋਟ ਇਨ, ਕਈ ਵਾਰੀ ਜਾਣ ਕੇ, ਕਈ ਵਾਰੀ ਅਣਜਾਣੇ ਚ। ਯੂ ਨੋ ਵੀ ਆਲ ਆਰ ਹਿਊਮਨ ਬੀਇੰਗਸ ਕ੍ਰਿਸ਼ਨਾ, ਐਂਡ ਵੀਲ ਅਸੀਂ ਇਹਨੂੰ ਡਿਵਾਈਡ ਕਰਾਂਗੇ ਦੋ ਪਾਰਟਸ ਦੇ ਵਿੱਚ ਜੀ। ਪਹਿਲਾਂ ਲੈਟਸ ਐਕਸੈਪਟ ਦ ਫੈਕਟ ਕਿ ਜਦੋਂ ਅਸੀਂ ਕਿਸੇ ਹੋਰ ਦੇਸ਼ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ, ਉਹ ਸਾਡਾ ਡਿਸੀਜਨ ਹੁੰਦਾ ਹੈ। ਰੀਜ਼ਨਸ ਕੋਈ ਵੀ ਹੋ ਸਕਦੇ ਹੈ, ਫੈਮਿਲੀ ਨੂੰ ਸਪੋਰਟ ਕਰਨਾ, ਆਪਣੀ ਲਾਈਫ ਚੰਗੀ ਬਣਾਉਣਾ, ਸੋਸ਼ਲ ਬਾਉਂਡਰੀਜ਼ ਨੂੰ ਤੋੜ ਕੇ ਇੱਕ ਆਜ਼ਾਦੀ ਦੀ ਹਵਾ ਮਹਿਸੂਸ ਕਰਨਾ, ਵਟ ਐਵਰ ਦ ਰੀਜ਼ਨ ਇਜ਼। ਵਿਆਹ ਹੋ ਕੇ ਆ ਜਾਣਾ ਨਾ, ਵਿਦਆਊਟ ਆਰ ਚੋਇਸ ਵੀ ਗੋਟ ਮੈਰਿਡ ਇਨ ਟੂ ਅ ਫੈਮਿਲੀ ਵਿਚ ਇਜ਼ ਅਬਰੋਡ, ਅਸੀਂ ਉੱਥੇ ਚਲੇ ਗਏ। no matter what the reason is, at that point in time ਅਸੀਂ ਬਹੁਤ ਘੱਟ ਫੈਮਲੀਜ਼ ਹੁੰਦੀ ਜਿਹੜੀ ਸੋਚਦੀ ਹੈ ਕਿ ਬੱਚਿਆਂ ਕਰਕੇ ਅਸੀਂ ਜਾ ਰਹੇ ਹਾਂ। ਮਗਰ ਜਦੋਂ ਬੱਚੇ ਹੋ ਜਾਂਦੇ ਨੇ, most of the families tell them ਕਿ ਤੁਹਾਡੇ ਕਰਕੇ ਅਸੀਂ ਬਾਹਰ ਆਏ ਤਾਂ ਕਿ ਤੁਹਾਨੂੰ ਜ਼ਿੰਦਗੀ ਅੱਛੀ ਮਿਲੇ। that is so right, which is not, ਮਤਲਬ ਉਹ ਅਨਟਰੂ ਨਹੀਂ ਹੈ, ਝੂਠ ਨਹੀਂ ਹੈ। ਹੁੰਦਾ ਕੀ ਹੈ, as time goes by ਅਸੀਂ ਯੂ ਨੋ ਘਰ ਬਣਾਉਂਦੇ ਹਾਂ, ਗੱਡੀ ਲੈਂਦੇ ਹਾਂ, ਫਿਰ ਸਾਡਾ ਦਿਲ ਕਰਦਾ ਕਿ ਚਲੋ ਬੱਚੇ ਨੂੰ ਘਰ ਚੰਗਾ ਮਿਲੇ, ਗੱਡੀ ਚੰਗੀ ਮਿਲੇ, ਲਾਈਫ ਚੰਗੀ ਮਿਲੇ। ਬਟ ਅਸੀਂ ਉਹਨਾਂ ਨੂੰ ਰਿਸਪੌਂਸਿਬਲ ਵੀ ਨਾਲ ਨਾਲ ਬਣਾਉਣਾ ਸ਼ੁਰੂ ਕਰਦੇ, ਤੁਹਾਡੇ ਕਰਕੇ ਕੀਤਾ, ਉਹਨਾਂ ਨੇ ਨਹੀਂ ਕਿਹਾ ਸੀ ਤੁਸੀਂ ਬਾਹਰ ਆਓ। ਹਾਂ, ਐਂਡ ਮੇਰੇ ਹਿਸਾਬ ਨਾਲ ਅਲਟੀਮੇਟਲੀ ਇਹ ਸੁਣਨ ਨੂੰ ਮਿਲ ਜਾਂਦਾ ਹਰ ਪੇਰੈਂਟ ਨੂੰ ਕਦੇ ਨਾ ਕਦੇ ਕਿ ਬਈ ਮੇਰੀ ਪ੍ਰੋਬਲਮ ਨਹੀਂ ਹੈ ਨਾ, ਤੁਸੀਂ ਇੱਥੇ ਆਏ ਹੋ। ਫਿਰ ਉਹਨੂੰ ਵੀ ਆਪਾਂ ਕੈਟੇਗਰਾਈਜ਼ ਬੱਚੇ ਦੇ ਬਾਗੀ ਹੋਣ ਦੇ ਜਾਂ ਫਿਰ ਇੱਕ ਬੱਚੇ ਦੀ ਆਪਾਂ ਕਹਿ ਸਕਦੇ ਹਾਂ ਕਿ ਬਦਤਮੀਜ਼ੀ ਕਹਾ ਦਿੰਦੇ ਹਾਂ ਆਪਾਂ, ਉਹਦੇ ਅੰਦਰ ਵੀ ਕਨੈਕਟ ਨਹੀਂ ਕਰ ਪਾਉਂਦੇ ਹੈ ਨਾ। ਕਿਉਂਕਿ ਗੁੱਸਾ ਆਉਂਦਾ ਕਿ ਸਾਡੀ, ਮੋਸਟਲੀ ਕਹਿੰਦੇ ਨਾ ਸਾਡੀ ਕੁਰਬਾਨੀਆਂ ਨੂੰ ਕੋਈ ਵੇਟੇਜ ਨਹੀਂ ਮਿਲ ਰਹੀ। ਪਰ ਬਿਕਾਜ਼ ਉਹ ਬੱਚਾ ਅੱਗੋਂ ਬੋਲ ਨਹੀਂ ਪਾ ਰਿਹਾ ਜਾਂ ਸੁਣਦਾ ਹੈ, ਇਜ਼ ਇਟ ਰੀਅਲੀ ਫੇਅਰ ਕ੍ਰਿਸ਼ਨਾ ਕਿ ਅਸੀਂ ਉਹਨਾਂ ਦੇ ਉੱਤੇ ਹੀ ਪਾਈ ਜਾਈਏ? ਅਸੀਂ ਕਿਸੇ ਹੋਰ ਨੂੰ ਕਿਉਂ ਨਹੀਂ ਕਹਿ ਸਕਦੇ ਜੋ ਸਾਡੇ ਕੋਲੋਂ ਵਾਧੂ ਤਾਕਤਵਰ ਹੈ ਜਾਂ ਸਾਡੇ ਨਾਲ ਓਪੀਨੀਅਨ ਰੱਖਣ ਦੀ ਹਿੰਮਤ ਰੱਖਦਾ ਹੈ? ਦੈਟ ਇਜ਼ ਸੋ ਰਾਈਟ। ਨਹੀਂ, ਮੈਂ ਇਹ ਦੇਖਿਆ, ਚਲੋ ਆਪਾਂ ਅੱਜ ਇਸ ਕਿਉਂਕਿ ਟੌਪਿਕ ਦੇ ਉੱਪਰ ਹੈ ਨਾ, ਮੈਂ ਦੇਖਿਆ ਛੋਟੇ ਤੋਂ ਛੋਟੀ ਗੱਲ ਤੇ ਹੈ ਨਾ, ਇਹ ਤਾਂ ਚਲੋ ਹੈ ਹਰ ਕਿਸੇ ਨੂੰ ਹੁੰਦਾ ਕਿ ਯਾਰ ਮੈਂ ਜੇ ਕੁਛ ਆਪਣੀ ਨਜ਼ਰਾਂ 'ਚ ਜੇ ਮੈਂ ਕੁਛ ਵਧੀਆ ਕੀਤਾ ਤੇ ਸਾਰੇ ਆ ਕੇ ਮੈਨੂੰ ਕਹਿਣ ਕਿ ਤੂੰ ਬਹੁਤ, ਵੈਲੀਡੇਸ਼ਨ ਹਰ ਕੋਈ ਸੀਕ ਕਰਦਾ ਹੈ। ਤੇ ਪਰ ਮੈਂ ਇਹ ਵੀ ਇਹਦੇ ਅੰਦਰ ਇੱਕ ਉਹ ਕਹਿ ਲਓ ਨਾ ਕਿ ਆਈਸਿੰਗ ਔਨ ਦਾ ਕੇਕ ਹੈ ਕਿ ਇਹ ਤਾਂ ਹਰ ਕੋਈ ਕਰਦਾ ਹੀ ਹੈ, ਫਿਰ ਬਾਅਦ 'ਚੋਂ ਉਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯੂ ਨੋ ਮੈਂ ਕੁਛ ਗਵਾਇਆ ਵੀ ਹੈ ਤੁਹਾਡੇ ਕਰਕੇ। ਪਾਣ ਦੀ ਗੱਲ ਤਾਂ ਹੋ ਗਈ ਕਿ ਆਈ ਹੈਵ ਮੇਡ ਦਿਸ ਹੈ ਨਾ। ਇੱਕ ਉਹ ਕਿਹੜੀ ਮੂਵੀ ਸੀ, ਦਿਲ ਧੜਕਨੇ 2 ਦੇ ਅੰਦਰ ਆਉਂਦਾ ਨਾ ਇੱਕ ਇਸ ਤਰ੍ਹਾਂ ਦਾ ਸੀਨ ਕਿ ਵੈਨ ਅਨਿਲ ਕਪੂਰ ਫਾਦਰ ਹੁੰਦਾ ਰਣਵੀਰ ਸਿੰਘ ਦਾ, ਤਾਂ ਉਹ ਸਾਰੀ ਆਪਣੀ ਸਟੋਰੀ ਦੱਸ ਰਿਹਾ ਹੁੰਦਾ ਤੇ ਰਣਵੀਰ ਸਿੰਘ ਸੇਮ ਲਿਪਸਿੰਗ ਕਰ ਰਿਹਾ ਕਿ ਉਹਨਾਂ ਨੇ ਸ਼ੋ ਕੀਤਾ ਕਿ ਪਤਾ ਫਾਦਰ ਸਾਹਿਬ ਨੇ ਕਿ ਟਾਈਮ ਐਂਡ ਅਗੇਨ ਉਹ ਚੀਜ਼ ਰੈਪੀਟੀਸ਼ਨ ਹੁੰਦੀ ਕਿ ਮੈਂ ਪੈਦਲ ਸਕੂਲ ਜਾਂਦਾ ਸੀ, ਤੁਹਾਡੇ ਲਈ ਮੈਂ ਇਹ ਸੈਕਰੀਫਾਈਸ ਕੀਤਾ। ਅੱਛਾ, ਵੈਸੇ ਬੜਾ ਰਿਹਾ ਹੈ ਨਾ ਇਹ ਵਾਲਾ, ਇਹ ਹਰ ਜਨਰੇਸ਼ਨ ਨਾਲ ਤੈਰ ਕੇ ਜਾਂਦੇ ਸੀ ਸਕੂਲ, no matter what the case was, because look we are ਆਰ ਹੀਰੋਜ਼ ਆਪਣੀ ਬ੍ਰੇਨ ਦੇ ਵਿੱਚ। ਦੈਟ ਇਜ਼ ਦ ਵੇ ਅਸੀਂ ਸਵੇਰੇ ਉੱਠਦੇ ਹਾਂ, ਆਪਣਾ ਸਾਰੇ ਦਿਨਚਰਿਆ ਕਰਦੇ ਹਾਂ, ਸ਼ਾਮੀ ਸੌਂਦੇ ਹਾਂ। ਜੇ ਅਸੀਂ ਆਪਣੇ ਹੀਰੋ ਨਹੀਂ ਹੋਵਾਂਗੇ, ਵੀਲ ਬੀ ਈਦਰ ਡਿਪਰੈਸਡ ਜਾਂ ਫਿਰ ਅਸੀਂ ਕਿਤੇ ਪਹੁੰਚ ਨਹੀਂ ਪਾਵਾਂਗੇ। ਇਟਸ ਗੁੱਡ ਟੂ ਬੀ ਯੋਰ ਓਨ ਹੀਰੋ, ਬਟ ਇਟਸ ਰੀਅਲੀ ਬੈਡ ਔਰ ਇਟ ਇਜ਼ ਰੀਅਲੀ ਨਾਟ ਫੇਅਰ ਕਿ ਜਦੋਂ ਅਸੀਂ ਆਪਣੇ ਬੱਚਿਆਂ ਕੋਲੋਂ, ਆਪਣੇ ਸਪਾਊਸਸ ਕੋਲੋਂ ਦੈਟ ਹੀਰੋ ਵਰਸ਼ਿਪ ਦੀ ਇੱਕ ਐਕਸਪੈਕਟੇਸ਼ਨ ਰੱਖਦੇ ਹਾਂ। ਵਾਟ ਵੀ ਆਰ ਡੂਇੰਗ ਆਰ ਪੇਰੈਂਟਸ ਡਿਡ, ਸਾਰੀ ਦੁਨੀਆ ਦੇ ਕਰ ਰਹੇ ਨੇ, ਅਸੀਂ ਵੀ ਕਰ ਰਹੇ ਹਾਂ। ਬਟ ਬਾਰ-ਬਾਰ ਜਤਾ ਕੇ ਅਸੀਂ ਉਸ ਬੱਚੇ ਕੋਲੋਂ ਕੀ ਪ੍ਰੂਵ ਕਰਨਾ ਚਾਹੁੰਦੇ ਹਾਂ? ਇਹ ਸਾਡਾ ਡਰ ਹੁੰਦਾ ਕ੍ਰਿਸ਼ਨਾ, ਜਿਹੜਾ ਸਾਡੇ ਕੋਲੋਂ ਇਹ ਚੀਜ਼ਾਂ ਬੁਲਵਾਉਂਦਾ ਹੈ। ਸਾਨੂੰ ਡਰ ਹੈ ਕਿ ਬੁਢਾਪੇ ਦੇ ਆ ਕੇ ਬੱਚੇ ਛੱਡ ਨਾ ਦੇਣ, ਉਹ ਗਲਤ ਰਾਹ 'ਤੇ ਨਾ ਪੈ ਜਾਣ। ਦਿਸ ਇਜ਼ ਅ ਫੇਅਰ ਇਨ ਅ ਪੇਰੈਂਟ ਜਿਹੜਾ ਉਹਨਾਂ ਨੂੰ ਇਹ ਰਸਤਾ ਇਖਤਿਆਰ ਕਰਨ ਲਈ ਮਜਬੂਰ ਕਰਦਾ, ਪਰ ਇਟ ਇਜ਼ ਨਾਟ ਦ ਰਾਈਟ ਪਾਥ। ਕਿਉਂਕਿ ਜਿਹੜਾ ਥੋੜ੍ਹਾ ਬਹੁਤ ਵੀ ਤੁਹਾਡੇ ਬੱਚੇ ਕੋਲੋਂ ਤੁਹਾਨੂੰ ਕੋਆਪਰੇਸ਼ਨ ਮਿਲ ਰਹੀ ਹੈ, ਇੱਜ਼ਤ ਮਾਨ ਮਿਲ ਰਿਹਾ ਹੈ, ਉਹ ਓਵਰ ਸੈਲਿੰਗ ਦੇ ਵਿੱਚ ਜਾ ਕੇ ਨਾ ਖਤਮ ਹੋ ਜਾਂਦਾ ਹੈ। ਇਹਦੇ ਅੰਦਰ ਮੈਂ ਇੱਕ ਇਹ ਵੀ ਮੈਂ ਬਹੁਤ ਵੇਖਦਾ, ਐਂਡ ਇਹ ਮੈਂ ਇਸ ਲੈਂਸ ਨਾਲ ਦੇਖਿਆ ਜਦੋਂ ਮੈਂ ਇੰਡੀਆ ਰਹਿੰਦਾ ਸੀ, ਹੈ ਨਾ। ਐਂਡ ਆਈ ਹੈਵ ਦਿਸ ਪਲੇਥੋਰਾ ਆਫ ਕਜ਼ਨਸ ਜੋ ਹੈ ਨਾ ਉੱਥੋਂ ਦੇ ਜੰਮਪਲ ਨੇ, ਹੈ ਨਾ। ਅਤੇ ਮੈਂ ਕਈ ਵਾਰੀ ਹੈਰਾਨ ਹੋਣਾ ਕਿ ਯਾਰ ਇਹ ਜ਼ਿਆਦਾ ਚੀਜ਼ਾਂ ਫੋਲੋ ਕਰਦੇ ਆ ਸਾਡੇ ਕਲਚਰ ਦੀਆਂ
ਜਿਹੜੀਆਂ ਅਸੀਂ ਮਤਲਬ ਉਹ ਇੱਕ ਕਹਾਵਤ ਹੈ ਨਾ, ਜਿਹੜਾ ਹਰਿਦੁਆਰ ਰਹਿੰਦਾ ਰੋਜ਼ ਗੰਗਾ ਨਹਾਉਣ ਨਹੀਂ ਜਾਂਦਾ ਹੈ ਨਾ, ਉਹ ਵਾਲੀ ਗੱਲ ਆ ਕਿ ਮੈਂ ਇਹ ਦੇਖਦਾ, ਮੈਂ ਹੁਣ ਇੱਥੇ ਵੀ ਆ ਕੇ ਕਈ ਵਾਰੀ ਦੇਖਦਾ ਸਾਇਲੈਂਟਲੀ ਆਈ ਅੰਡਰਸਟੈਂਡ ਕਿ ਕਈ ਲੋਕ ਆਪਣੀ ਪਰਸਨੈਲਿਟੀ, ਉਹ ਤਾਂ ਹਰ ਪੇਰੈਂਟ ਕਰਦਾ ਵੈਸੇ, ਪਰ ਆਪਣਾ ਜੋ ਕਲਚਰ ਛੱਡ ਕੇ ਆਇਆ, ਜੋ ਬੱਚੇ ਲਈ ਬਿਲਕੁਲ ਫੋਰਨ ਹੈ, ਜੋ ਸ਼ਾਇਦ ਗੋਰੇ ਦੇ ਬੱਚੇ ਲਈ ਵੀ ਫੋਰਨ ਹੈ, ਉਹਨਾਂ ਹੀ ਉਸ ਬੱਚੇ ਲਈ ਉਹ ਵੀ ਥੋਪਣਾ, ਹੋਰ ਕੱਟੜਤਾ ਨਾਲ ਥੋਪਣ ਦੀ ਕੋਸ਼ਿਸ਼ ਕਰਨਾ, ਈਵਨ ਇਫ ਯੂ ਲਾਈਕ ਅ ਸਰਟਨ ਸਪੋਰਟ, ਕਿ ਮੈਂ ਕਰਦਾ ਸੀ ਤੂੰ ਵੀ ਉਹੀ ਵਾਲੀ ਸਪੋਰਟ ਖੇਲ, ਹੈ ਨਾ, ਕਿ ਇਹ ਵੀ ਅੱਛਾ, ਇਹ ਬਹੁਤ ਜ਼ਿਆਦਾ ਹੈ ਇੱਥੇ ਕ੍ਰਿਸ਼ਨ, ਬਹੁਤ ਜ਼ਿਆਦਾ ਹੈ ਨਾ। ਤੁਹਾਨੂੰ ਪਤਾ ਹੈ, ਮਤਲਬ ਐਜ਼ ਆਈ ਸੈਡ ਇਟ ਇਜ਼ ਅ ਫੀਅਰ, ਇਹ ਸਭ ਤੋਂ ਜ਼ਿਆਦਾ ਫੀਅਰ ਤੋਂ ਟ੍ਰਿਗਰ ਹੁੰਦਾ ਹੈ। ਦੂਜਾ ਹੁੰਦਾ, ਮੈਂ ਇਹ ਵਰਡ ਮੈਨੂੰ ਗੁਰਜੋਤ ਜੀ ਨੇ ਸਿਖਾਇਆ ਸੀ, ਅਣਖ, ਆਈ ਯੂਜ਼ਡ ਟੂ ਸੇ ਇਟ ਰੋਂਗ, ਬਿਕਾਜ਼ ਪ੍ਰਾਈਡ, ਯੂ ਨੋ ਵੀ ਫੀਲ ਕਿ ਮੈਂ ਕੱਲ ਨੂੰ ਜਾ ਕੇ ਮੇਰੇ ਰਿਸ਼ਤੇਦਾਰ ਕਹਿਣਗੇ ਤੁਹਾਡਾ ਬੱਚਾ ਇਹ ਨਹੀਂ ਕਰਦਾ, ਲੋਕੀ ਕੀ ਕਹਿਣਗੇ, ਨੋਬਡੀ ਕੇਅਰਸ ਕ੍ਰਿਸ਼ਨਾ। ਹਾਂ, ਮੈਨੂੰ ਅੱਜ ਤੱਕ ਉਹ 4 ਬੰਦੇ ਹੀ ਨਹੀਂ ਮਿਲੇ ਜਿਹੜੇ ਕੁਝ ਨਾ ਕੁਝ ਕਹਿ ਰਹੇ, ਮੈਂ ਅੱਜ ਤੱਕ ਪ੍ਰੋਬਲਮ ਕੀ ਹੈ, ਤੁਹਾਡੀ ਸੋਚ, ਤੁਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਹੈ, ਪਰ ਉਹਦਾ ਪ੍ਰਾਈਸ ਤੁਹਾਡੇ ਬੱਚੇ ਪੇ ਕਰ ਰਹੇ ਨੇ। ਤੇ ਜੇ ਤੁਸੀਂ ਆਪਣੇ ਉੱਤੇ ਆ ਕੇ ਗੱਲ ਸੋਚੋ, ਲੋਕੀ ਤਾਂ ਇਹ ਵੀ ਕਹਿ ਸਕਦੇ ਨੇ ਆਪਣਾ ਭਾਈਚਾਰਾ ਛੱਡ ਕੇ, ਆਪਣਾ ਘਰ ਛੱਡ ਕੇ ਬਾਹਰ ਚਲਾ ਗਿਆ, ਹਾਂ, ਮਤਲਬ ਬਟ ਤੁਸੀਂ ਉਹ ਸੁਣਨ ਲਈ ਤਿਆਰ ਹੋ ਬਿਕਾਜ਼ ਉਹ ਤੁਹਾਡੇ ਲਈ ਬੈਟਰ ਹੈ। ਸੋ ਦਿਸ ਇਜ਼ ਹਿਪੋਕ੍ਰੇਸੀ ਕਿ ਅਸੀਂ ਆਪ ਤਾਂ ਕਈ ਡਿਸੀਜਨ ਲਾਈਫ ਦੇ ਵਿੱਚ ਲਿੱਤੇ ਜਿਹੜੇ ਸਾਡੇ ਸੱਭਿਆਚਾਰ ਤੋਂ ਬਾਹਰ ਸੀਗੇ, ਆਵਰ ਟ੍ਰੈਡੀਸ਼ਨਲ ਵੇਜ਼ ਆਫ ਲਿਵਿੰਗ ਉਹਦੇ ਕੋਲੋਂ ਬਾਹਰ ਸੀਗੇ। ਆਰ ਟ੍ਰੈਡੀਸ਼ਨ ਸੇਜ਼ ਕਰ ਰਹੋ, ਪੇਰੈਂਟਸ ਦੇ ਨਾਲ ਲੋ, ਜ਼ਮੀਨ ਨਾਲ ਜੁੜ ਕੇ ਰਹੋ, ਜੋ ਤੁਹਾਡੇ ਫੈਮਿਲੀ ਦਾ ਕੰਮ ਹੈਗਾ ਉਹ ਅੱਗੇ ਵਧਾਓ, ਬਿਲਕੁਲ, ਬਟ ਤੁਸੀਂ ਉਹ ਛੱਡ ਕੇ ਇੱਕ ਬਾਹਰ ਦੇ ਦੇਸ਼ ਆਏ ਹੋ। ਬਾਹਰ ਦੇ ਦੇਸ਼ ਆ ਕੇ ਤੁਸੀਂ ਇਸ ਕੰਟਰੀ ਦੀ ਚੰਗੀ ਗੱਲਾਂ ਅਪਣਾਓ ਤੇ ਆਪਣੇ ਦੇਸ਼ ਦੀ ਚੰਗੀ ਗੱਲਾਂ ਕੰਟੀਨਿਊ ਕਰੋ। ਹਾਂ, ਦਿਸ ਇਜ਼ ਵਾਟ ਇਜ਼ ਵੀ ਕਾਲ ਬੈਸਟ ਆਫ ਬੋਥ ਵਰਲਡਸ। ਇੱਕ ਮਿਡਲ ਗਰਾਊਂਡ ਤਾਂ ਚਾਹੀਦਾ ਹੈ ਨਾ। ਜੇ ਮੇਰਾ ਬੱਚਾ ਆ ਕੇ ਮੈਨੂੰ ਕਹਿੰਦਾ ਹੈ, ਫॉर ਐਗਜ਼ਾਮਪਲ, ਯੂ نو ਵੀ ਹੈਵ ਅ ਸਟ੍ਰਿਕਟ ਰੂਲ ਇਨ ਦਾ ਹਾਊਸ, ਨੋ ਸਲੀਪ ਓਵਰਸ। ਓਕੇ। ਐਂਡ ਪਹਿਲਾਂ ਮੈਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਯੂ ਨੋ ਯੂ ਪੇਰੈਂਟਸ ਡੋਂਟ ਗੈਟ ਇਟ, ਇੱਥੇ ਤਾਂ ਕਲਚਰ ਹੈਗਾ। ਐਂਡ ਵਾਟ ਆਈ ਡਿਡ ਵਾਸ, ਰਾਦਰ ਦੈਨ ਉਹਨਾਂ ਨੂੰ ਸ਼ਟ ਡਾਊਨ ਕਰਨ ਤੋਂ, ਵੀ ਮੇਡ ਅ ਗਰੁੱਪ ਆਫ 5 ਲਾਈਕ ਉਹਦੇ ਬੜੇ ਜਿਹੜੇ ਕਲੋਜ਼ ਫਰੈਂਡਸ ਸੀ, ਉਹਦਾ ਮਦਰ ਦੇ ਨਾਲ ਮੈਂ ਕਾਫੀ ਤੇ ਗਈ, ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਉਹਦੇ ਵਿੱਚ 2 ਇਟਾਲੀਅਨ, ਇੱਕ ਪ੍ਰੋਪਰ ਗੋਰੀ, ਤੇ ਮੈਂ ਕਿਹਾ ਵੀ ਮੈਨੂੰ ਡਰ ਲੱਗਦਾ ਸਲੀਪ ਓਵਰ ਦੀ ਪਰਮਿਸ਼ਨ ਦੇਣ ਲਈ, ਤੇ ਬਾਕੀ ਦੀ 4 ਮਦਰਸ, ਯੂ ਵਿਲ ਬੀ ਸਰਪ੍ਰਾਈਜ਼ਡ, ਦੇ ਆਰ ਨਾਟ ਇੰਡੀਅਨ, ਉਹਨਾਂ ਨੇ ਕਿਹਾ ਸਾਡੇ ਵੀ ਰੂਲ ਹੈ, ਅਸੀਂ ਵੀ ਸਲੀਪ ਓਵਰ ਲਈ ਨਹੀਂ ਭੇਜਦੇ। ਨਾਓ ਆਈ ਹੈਡ ਅ ਸੋਲਿਡ ਗਰਾਊਂਡ ਟੂ ਗੋ ਬੈਕ ਟੂ ਮਾਈ ਸਨ ਐਂਡ ਸੇ ਇਟਸ ਨਾਟ ਕਲਚਰਲ, ਇਟਸ ਅ ਪੇਰੈਂਟ ਥਿੰਗ। ਸੋ ਅਸੀਂ 2 ਚੀਜ਼ਾਂ ਨੂੰ ਸੈਪਰੇਟ ਕਰਨਾ ਹੈ। ਇੱਕ ਪੈਰੈਂਟਿੰਗ ਹੈ, that means difference between right and wrong and what your beliefs are. ਜਿਵੇਂ sleep over ਲਈ ਨਹੀਂ ਜਾਣਾ, good and bad touch, all these are parents. correct ਚੀਜ਼ ਸਿਖਾਓ ਬੱਚੇ ਨੂੰ। ਪਰ ਹਿੰਦੂਇਜ਼ਮ ਦੇ ਵਿੱਚ, ਸਿੱਖੀਜ਼ਮ ਦੇ ਵਿੱਚ, ਕ੍ਰਿਸਚੈਨਿਟੀ ਦੇ ਵਿੱਚ ਇਹ ਨਹੀਂ ਹੁੰਦਾ। there is a fine line between parenting and putting a religious barrier, cultural barrier to things, language barrier. For example, if I tell my child ਕਿ ਮੈਂ ਕਿਸੇ particular ਇਲਾਕੇ ਤੋਂ ਹਾਂ, ਅਸੀਂ ਇੰਗਲਿਸ਼ ਵੀ ਸਾਡੀ ਨਹੀਂ ਹੈ, ਭਾਈ ਤੁਸੀਂ ਇਸ ਕੰਟਰੀ ਦੇ ਵਿੱਚ ਆਏ ਹੋ, ਹਾਂ, ਯੂ ਕਾਂਟ ਹੈਲਪ ਇਟ, ਯੂ ਕਾਂਟ। ਤੁਹਾਡੇ ਬੱਚੇ ਨੇ ਕੱਲ ਨੂੰ ਇਸੀ ਸਕੂਲ ਦੇ ਵਿੱਚ ਜਾਣਾ ਜਿੱਥੇ ਕਾਮਨ ਲੈਂਗੁਏਜ ਇੰਗਲਿਸ਼ ਹੈ। ਯੂ ਸ਼ੁਡਨਟ ਬੀ, ਐਟਲੀਸਟ ਯੂ ਸ਼ੁਡਨਟ ਬੀ ਟੇਕਿੰਗ ਪ੍ਰਾਈਡ ਕਿ ਮੈਨੂੰ ਇਹ ਭਾਸ਼ਾ ਨਹੀਂ ਆਉਂਦੀ। ਪਲੱਸ ਫਿਰ ਹਨਾ ਕਿ ਯੂ نو ਜੇ ਪੰਜਾਬੀ ਆਉਂਦੀ ਹੈ, ਘਰ ਦੇ ਵਿੱਚ ਬੋਲੀ ਜਾਂਦੀ ਹੈ, ਪਲੀਜ਼ ਬੱਚੇ ਨੂੰ ਪੰਜਾਬੀ ਸਿਖਾਓ। ਮੈਂ ਆਪਣੀ ਡਾਟਰ ਨੂੰ ਹਿੰਦੀ ਸਕੂਲ ਭੇਜਿਆ, ਨਾਟ ਬਿਕਾਜ਼ ਇਟ ਵਾਸ ਅ ਕਲਚਰਲੀ ਡਰਿਵਨ ਡਿਸੀਜਨ ਕ੍ਰਿਸ਼ਨਾ। ਮੈਂ ਚਾਹੁੰਦੀ ਸੀ ਕੱਲ ਨੂੰ ਜਦੋਂ ਉਹ ਇੰਡੀਆ ਜਾਏ, ਉੱਥੇ ਸਾਈਨ ਬੋਰਡ ਪੜ੍ਹੇ, ਉੱਥੇ ਕੋਈ you know article पढ़े, she should not feel handicapped कि मैंने ये चीज़ आंदी नहीं है। मेरी बेटी ने जापानीज़ भी सीखी है, वो मेरे इंडिया दी वो नहीं है, फ्रेंच भी सीखी है। असी फ्रांस गए, she was very comfortably having that conversation, तो उल्टा मैनू लग रहा सी कि काश साडे कोल ये option होंदी। That's so right. So never bully down your child कहकर कि ये साडा विरसा या वो नहीं, जो चीज़ उन्हां लई चंगी है, give it to them। ਇੱਕ ਇਹ ਵੀ ਚੀਜ਼ ਨਾ ਮੇਰੇ ਅਚਾਨਕ ਮਾਈਂਡ 'ਚ ਆਈ, ਮੈਨੂੰ ਖਿਆਲ 'ਚ ਆਈ। ਮੈਂ ਇਹ ਵੀ ਦੇਖਦਾ ਕਿ ਦੇਰ ਇਜ਼, ਹੁਣ ਆਪਾਂ ਇੱਕ ਪੱਖ ਵੇਖ ਲਿੱਤਾ ਨਾ, ਇਹਦੇ ਅੰਦਰ ਮੈਂ ਇਹ ਵੀ ਬਹੁਤ ਵਾਰੀ ਦੇਖਿਆ, ਦੇਰ ਇਜ਼ ਓਵਰ ਪੇਰੈਂਟਿੰਗ, ਇਫ ਦੈਟਸ ਦ ਰਾਈਟ ਵਰਡ, ਐਂਡ ਇਟ ਇਜ਼ ਅ ਰਾਈਟ ਵਰਡ। ਇਟਸ ਟੂ ਮਚ ਆਫ ਸਪੂਨ ਫੀਡਿੰਗ ਔਰ ਸਮਥਿੰਗ। ਮੇਬੀ ਸ਼ਾਇਦ ਇੱਦਾਂ ਦਾ ਸਿਸਟਮ ਨਹੀਂ ਹੈ ਇੱਥੇ ਕਿ ਇੱਕ ਪੁਆਇੰਟ ਤੋਂ ਬਾਅਦ ਜਦੋਂ ਤੁਸੀਂ ਸਕੂਲ ਤੋਂ ਆਉਂਦੇ ਹੋ ਇੰਡੀਆ, ਤੁਸੀਂ ਬਹੁਤ ਫ੍ਰੀ ਜੇ ਹੋ ਜਾਂਦੇ ਹੋ, ਐਟਲੀਸਟ from the generation or the part of India that I come from, ਕਿ ਤੁਸੀਂ you are kind of on your own, ਕਿ ਸ਼ਾਮ ਨੂੰ ਤੁਸੀਂ ਬਾਹਰ ਆਪਣੇ ਹਿਸਾਬ ਨਾਲ ਆਪਣੇ ਦੋਸਤਾਂ ਯਾਰਾਂ ਨਾਲ ਖੇਲ ਰਹੇ ਹੋ, ਹਨਾ, ਥੋੜੇ ਵੱਡੇ ਹੋ ਗਏ, ਘੁੰਮ ਫਿਰ ਰਹੇ ਹੋ। ਮੈਂ ਇੱਥੇ ਦੇ ਬੱਚਿਆਂ ਦੇ ਅੰਦਰ ਇਸ ਤਰ੍ਹਾਂ ਦੀ ਚੀਜ਼ ਦੇਖਦਾ ਨਹੀਂ, ਤਾਂ ਮੈਂ ਕਈ ਵਾਰੀ ਇਹ ਵੀ ਵੇਖਦਾ ਕਿ they are very much spoon fed everything। ਉਹ ਭਾਵੇਂ
ਕੀ ਕਹਿੰਦੇ ਮੇਰੀ ਖੁਦ ਦੀ ਸੋਚ ਵੀ ਹੋਵੇ, ਫਿਰ ਅਗੇਨ ਉਹੀ ਗੱਲ ਹੈ ਕਿ ਉਹ ਇੱਕ ਪਲੇਸ ਆਫ ਇਨਸਿਕਿਉਰਿਟੀ ਤੋਂ ਜੇ ਕੋਈ ਚੀਜ਼ ਆਉਂਦੀ ਹੈ, ਆਈ ਕੀਪ ਔਨ ਫੀਡਿੰਗ ਸਮਥਿੰਗ ਵਿਚ ਇਜ਼ ਥੋੜਾ ਹਿਪੋਕ੍ਰਿਟਿਕ ਵੀ it ਲੱਗੇ। is insecurity or a fake competition that we bring with us from overseas. ਹਾਂ ਇੱਥੇ ਜਿਹੜੇ ਐਜ਼ ਅ ਸੈਡ ਇਮੀਗ੍ਰੈਂਟ ਪੇਰੈਂਟ ਨਾ ਆਪਣਾ ਬੋਝ ਨਾਲ ਲੈ ਕੇ ਤੁਰੇ ਹੋਏ ਨੇ। ਫੋਰ ਐਗਜ਼ਾਮਪਲ ਆਈ ਵਰਕ ਇਨ ਅ ਕਾਰਪੋਰੇਟ এনवायरमेंट, ਉੱਥੇ ਚਾਰ ਗੋਰੇ ਗੱਲ ਕਰਦੇ ਨੇ, ਕੋਈ ਫੁੱਟੀ ਦੀ ਗੱਲ ਕਰ ਰਿਹਾ ਹੈ, ਕੋਈ ਬੈਡਮਿੰਟਨ ਦੀ ਗੱਲ ਕਰ ਰਿਹਾ ਹੈ। ਮੈਨੂੰ ਲੱਗਦਾ ਯਾਰ ਜੇ ਮੈਨੂੰ ਬਚਪਨ 'ਚ ਨਹੀਂ ਮਿਲਿਆ, ਮੈਂ ਆਪਣੇ ਬੱਚੇ ਨੂੰ ਸਭ ਸਿਖਾਵਾਂਗੀ ਤਾਂ ਕਿ ਕੱਲ ਨੂੰ ਗੋਰਿਆਂ ਨੂੰ ਜਵਾਬ ਦੇ। ਦੈਟ ਇਜ਼ ਅ ਰੋਂਗ ਮੈਂਟੈਲਿਟੀ। ਉਹ ਇਹ ਕਹਿੰਦੇ ਕਿ ਉਹ ਸਿਵਲ ਵਾਰ ਚੱਲ ਨਹੀਂ ਰਿਹਾ ਕਿਤੇ, ਪਰ ਆਪਾਂ ਤਿਆਰ ਕਰ ਰਹੇ ਹਾਂ। ਪੇਰੈਂਟ ਦੇ ਦਿਮਾਗ ਦੇ ਵਿੱਚ ਹੈ ਕਿ ਮੈਂ ਇਹਨੂੰ, ਐਂਡ ਦੇयर ਮੈਨੀ ਰੀਜ਼ਨਸ ਫॉर ਓਵਰ ਪੇਰੈਂਟਿੰਗ ਐਜ਼ ਆਈ ਕਾਲ ਇਟ, ਇਨਸਿਕਿਉਰਿਟੀ, फेक कंपटीशन इन द ब्रेन की मैं एक कंपटीशन पॉइंट रख लिया, मैं बच्चे ਨੂੰ ਤਿਆਰ ਕਰ ਰਿਹਾ ਉਸ ਕੰਪੀਟੀਸ਼ਨ ਲਈ। ਸਮ ਪੇਰੈਂਟਸ ਡੂ ਇਟ ਬਿਕਾਜ਼ ਦੇ ਵਾਂਟ ਟੂ ਕੀਪ देयर ਬੱਚਾ ਇੰਨਾ ਬਿਜ਼ੀ ਕਿ ਹੋਰ ਪੁੱਠੇ ਪਾਸੇ ਦਿਮਾਗ ਨਾ ਜਾਏ। ਹਾਂ ਠੀਕ ਹੈ, ਅਗਰੀਡ, ਥੋੜਾ ਬਿਜ਼ੀ ਰੱਖੋ, ਫਾਈਨ ਵੀ ਹੈ। ਹਾਂ ਬਟ ਉਹਨਾਂ ਨਾ ਕਰ ਦੋ ਕਿ ਐਟ ਦ ਡੇ ਨੂੰ ਹੈ ਫਿਰ ਵੀ ਜਵਾਕ ਹੀ, ਯੂ نو ਹੀ ਨੀਡਸ ਅ ਮੈਂਟਲ ਬ੍ਰੇਕ ਔਰ ਸ਼ੀ ਨੀਡਸ ਅ ਮੈਂਟਲ ਬ੍ਰੇਕ। ਉਹਨਾਂ ਨੂੰ ਆਰਾਮ ਵੀ ਚਾਹੀਦਾ ਹੈ, ਉਹਨਾਂ ਨੂੰ ਇੱਕ ਲੈਜਰ ਟਾਈਮ ਫੋਨ ਦੇ ਉੱਤੇ ਵੀ ਚਾਹੀਦਾ ਹੈ। ਜੇ ਤੁਸੀਂ ਬਿਲਕੁਲ ਫੋਨ ਬੰਦ ਕਰ ਦੋਗੇ, ਜਿਸ ਬੱਚੇ ਦੇ ਹੱਥ ਦੇ ਵਿੱਚ ਉਹ ਫੋਨ ਦੇਖੇਗਾ ਉਹਨੂੰ ਲੱਗੇਗਾ ਪਤਾ ਨਹੀਂ ਕੀ ਚੀਜ਼ ਹੈ। ਹਾਂ ਕੱਟ ਆਫ। ਐਜ਼ ਅ ਪੇਰੈਂਟ ਇਹ ਤੁਹਾਡੀ ਸਭ ਤੋਂ ਪਹਿਲੀ ਰਿਸਪੌਂਸਿਬਿਲਿਟੀ ਹੈ। ਤੁਸੀਂ ਉਹਦੀ ਸਭ ਤੋਂ ਵੱਡੀ ਸੇਫ ਜ਼ੋਨ ਹੋ। ਤੁਸੀਂ ਉਹਨੂੰ ਇੰਟਰੋਡਿਊਸ ਕਰਨਾ ਹਰ ਇੱਕ ਚੀਜ਼ ਦੇ ਨਾਲ। ਜੀ ਜੇ ਤੁਸੀਂ ਉਹਨੂੰ ਰੋਕ ਦੋਗੇ, ਐਕਸਪਲੇਨ ਨਹੀਂ ਕਰੋਗੇ, ਐਜੂਕੇਟ ਨਹੀਂ ਕਰੋਗੇ, ਕੋਈ ਹੋਰ ਐਜੂਕੇਟ ਕਰੇਗਾ ਤੇ ਉਹ ਐਜੂਕੇਸ਼ਨ ਭਾਰੀ ਪਏਗੀ ਤੇ ਕਰੇਗਾ। ਹਾਂ ਇਹ ਹੋਏਗਾ। ਹਾਂ ਉਹ ਕਦੇ ਨਾ ਕਦੇ ਐਕਸਪੋਜ਼ਰ ਦੇ ਵਿੱਚ ਆਏਗਾ। ਤੁਸੀਂ ਉਹਨੂੰ 24 ਘੰਟੇ ਘਰ 'ਚ ਬੰਦ ਕਰਕੇ ਰੱਖ ਲਓ, ਸਕੂਲ ਜਾਏਗਾ, 8 ਘੰਟੇ ਆਪਣੇ ਦੋਸਤਾਂ ਨਾਲ ਬਿਤਾਏਗਾ ਜਾਂ ਬਿਤਾਏਗੀ। ਸੌਰੀ when I say ਬਿਤਾਏਗਾ, I'm talking about in general boys and girls, ਜੈਂਡਰ ਨਿਊਟਰਲ ਗੱਲ, gender neutral, not because I think it's very easy flow ਦੇ ਵਿੱਚ ਨਿਕਲਦਾ ਹੈ। ਪਰ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ 8 ਆਵਰਸ ਦੇ ਸਪੈਂਡ ਆਪਣੇ ਦੋਸਤਾਂ ਮਿੱਤਰਾਂ ਨਾਲ, ਤੇ ਜਦੋਂ ਉਹ ਦੇਖਣਗੇ ਘਰ ਦੇ ਵਿੱਚ ਮਾਹੌਲ ਬੜਾ ਸਟ੍ਰਿਕਟ ਹੈ, ਭਾਵੇਂ ਤੁਸੀਂ ਉਸ ਬੱਚੇ ਦੀ ਭਲਾਈ ਲਈ ਕੀਤਾ ਹੈ। ਬ੍ਰੇਨ ਚਾਈਲਡ ਕਿਉਂ ਕਹਿੰਦੇ ਨੇ, ਯੰਗ ਅਡਲਟਸ ਕਿਉਂ ਕਹਿੰਦੇ ਨੇ, ਤੁਹਾਨੂੰ ਉਹਦਾ ਕੇਅਰ ਟੇਕਰ ਕਿਉਂ ਕਹਿੰਦੇ ਨੇ? ਕਿਉਂਕਿ ਉਹਦਾ ਦਿਮਾਗ ਇੰਨਾ ਸਟਰੋਂਗ, ਉਹਨੇ ਦੁਨੀਆ ਨਹੀਂ ਦੇਖੀ ਨਹੀਂ ਹੈਗਾ ਕਿ ਉਹ ਉਸ ਕੰਟਰੋਲ ਨੂੰ ਆਪਣੇ ਲਈ ਠੀਕ ਸਮਝੇ। ਤੁਸੀਂ ਇੱਕ 30 ਸਾਲ ਦੀ ਬ੍ਰੇਨ ਜਾਂ 40 ਸਾਲ ਦੀ ਬ੍ਰੇਨ ਜਾਂ 20 ਸਾਲ ਦੀ ਬ੍ਰੇਨ ਇੱਕ 4 ਸਾਲ ਦੀ ਬ੍ਰੇਨ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਤੁਸੀਂ 14 ਸਾਲ ਦੇ ਨਾਲ ਵੀ ਨਹੀਂ ਕਰ ਸਕਦੇ। that is so। ਮਾਈ ਸਨ ਇਜ਼ 16 ਸਾਲ ਦਾ ਹੈ। ਮੈਨੂੰ ਉਹਦੇ ਬ੍ਰੇਨ ਲੈਵਲ ਦੇ ਆ ਕੇ ਗੱਲ ਕਰਨੀ ਪੈਂਦੀ ਹੈ ਕਿਉਂਕਿ ਸਮਟਾਈਮਸ ਯੂ نو ਹੀ ਰੀਜ਼ਨਸ ਵਿਦ ਮੀ। ਆਈ ਹੈਵ, ਮੇਰੇ ਦੋਨੋਂ ਬੱਚੇ ਹੈਵ ਰੇਜ਼ਡ ਟੂ ਹੈਵ ਐਨ ਓਪੀਨੀਅਨ ਐਂਡ ਆਸਕ ਮੀ ਕੁਐਸਚਨਸ ਐਂਡ ਦੇ ਚੈਲੰਜ ਮੀ। ਕਈ ਵਾਰ ਤਾਂ ਮੈਂ ਆਪ ਸੋਚਦੀ ਹਾਂ ਕਿ ਗਲਤ ਹੋ ਗਿਆ ਕਿ ਇੰਨਾ ਚੈਲੰਜ ਕਰ ਜਾਂਦੇ ਹੋ, ਅੱਧੇ ਟਾਈਮ ਤਾਂ ਮੇਰੇ ਕੋਲ ਜਵਾਬ ਨਹੀਂ ਹੁੰਦਾ। ਸੋ ਮਾਈ ਸਨ ਵਿਲ ਚੈਲੰਜ ਮੀ ਕਿ ਮੰਮਾ ਬਟ ਕਿਉਂ? ਹੁਣ ਕਈ ਵਾਰੀ ਗੁੱਸੇ 'ਚ ਮੇਰੇ ਮੂੰਹ ਤੋਂ ਵੀ ਨਿਕਲਦਾ ਕਿਉਂਕਿ ਮੈਂ ਮੰਮਾ ਮੈਂ ਕਹਿ ਰਹੀ ਹਾਂ, ਬਟ ਦੈਟਸ ਨਾਟ ਅ ਵੈਲਿਡ ਆਂਸਰ। Ultimately, you have to get down to a point ਜਿੱਥੇ you have to be very honest with your child and say, ਬੇਟਾ ਜੇ ਤੂੰ ਬਾਹਰ ਗਿਆ, ਤੇਰੇ ਸੱਟ ਲੱਗ ਗਈ, I won't be able to bear that. More than ਤੇਰੀ ਸੱਟ ਤੋਂ I am scared about emotional trauma ਤੇ ਮੈਂ ਨਹੀਂ ਬਰਦਾਸ਼ਤ ਕਰ ਪਾਵਾਂਗੀ। ਤੂੰ ਚਾਹੁੰਦਾ ਮੰਮੀ ਨੂੰ ਕੁਛ ਹੋਏ। So this is my fear and you need to fix it with me. ਜਦੋਂ ਤੁਸੀਂ ਉਸ ਲੈਵਲ ਤੇ ਆਪਣੇ ਬੱਚੇ ਦੇ ਨਾਲ ਗੱਲ ਕਰਦੇ ਹੋ ਨਾ, he understands. Okay। ਪਰ ਜੇ ਤੁਸੀਂ ਕਹੋਗੇ ਬਸ ਮੈਂ ਕਹਿ ਰਹੀ ਹਾਂ ਕੁਝ ਹੋ ਜਾਏਗਾ, ਇੱਥੇ ਕਿਸੇ ਤੇ ਭਰੋਸਾ ਨਹੀਂ ਕਰਨੇ। ਹਾਂ ਮਤਲਬ ਉਹ ਇੱਕ ਗੱਲ ਕਰਨ ਦਾ, ਰੱਖਣ ਦਾ ਵੀ ਤਰੀਕਾ। ਯੂ ਐਂਡ ਟਰਾਈ ਕਰੋ ਆਪਣੇ ਬੱਚਿਆਂ ਦੇ ਨਾਲ ਜਿੰਨੀ ਓਨੈਸਟੀ ਵਰਤ ਸਕੋ ਨਾ। ਦੇ ਆਰ ਵੈਰੀ ਸਮਾਰਟ ਕ੍ਰਿਸ਼ਨਾ। ਅੱਜ ਦੀ ਜਨਰੇਸ਼ਨ ਜਿੱਦਾਂ ਵੱਧਦੀ ਜਾ ਰਹੀ ਹੈ, ਹਾਂਜੀ ਉਹ ਕਾਫੀ ਇੰਨੀ ਸਮਾਰਟ ਹੈ। ਅੱਛਾ ਉਹ ਤੁਹਾਨੂੰ ਹਾਂਜੀ ਕਰ ਜਾਣਗੇ ਕਿ ਤੁਹਾਨੂੰ ਲੱਗੇਗਾ ਮੇਰਾ ਪੁਆਇੰਟ ਕਲੀਅਰ ਹੋ ਗਿਆ, ਪਰ ਉਹ ਮਨ ਦੇ ਵਿੱਚ ਸੋਚ ਰਹੇ ਹੋਣਗੇ ਕਿ ਕਿਸੇ ਹੋਰ ਨੂੰ ਜਾ ਕੇ ਬੇਵਕੂਫ ਬਣਾਓ। They know what you're talking about. ਉਹ ਕਹਾਵਤ ਵੀ ਨਾ ਕਹਿਣ ਵੀ ਹੈ ਕਿ we are all living on a borrowed land from our future generation। ਸੋ ਵਾਲੀ ਗੱਲ ਹੈ ਨਾ ਕਿ ਅੱਜ ਦਾ ਜਿੰਨਾ ਵੀ ਤਾਮਾ ਜਾਮਾ ਸੋਸ਼ਲ ਮੀਡੀਆ ਤੋਂ ਲੈ ਕੇ ਆਪਾਂ ਜੋ ਵੈਸੇ ਵੀ ਜੋ ਪੌਪ ਕਲਚਰ ਜਿਹਨੂੰ ਆਪਾਂ ਕਹਿ ਦਿੰਦੇ ਕਿ ਉਹ ਤਾਂ ਅੱਜ ਦੇ ਯੰਗ ਅਡਲਟ ਦੇ ਲਈ ਆ। we are to always trying to catch up, ਹੈ ਨਾ, at one point or the other। but it's very great that you use the terminology, ਹੈ ਨਾ, safe zone ਵਾਲੀ। now I know and you know ਕਿ ਕੋਈ ਵੀ ਖਾਸ ਕਰ ਆਪਣੇ ਖੁਦ ਦੇ ਬਲੱਡ ਦੇ ਨਾਲ ਕਦੀ ਵੀ ਇਹ ਇਸ ਤਰੀਕੇ ਨਾਲ
ਨਹੀਂ ਵਰਤਾਓ ਕਰਦਾ ਕਿ ਯਾਰ ਮੈਂ ਅਨਲਾਈਕੇਬਲ ਲੱਗਾ ਹਨਾ। ਸ਼ਾਇਦ ਬਹੁਤ ਪੁਰਾਣੇ ਟਾਈਮ ਤੇ ਇੱਕ ਹੁੰਦਾ ਹੋਇਆ ਕਿ ਮੇਰਾ ਡਰ ਹੋਵੇ। ਹੁਣ ਮੇਰੇ ਖਿਆਲ ਨਾਲ ਸ਼ਾਇਦ ਜਿਹੜੀ ਹੁਣ ਵਾਲੀ ਜਨਰੇਸ਼ਨ ਆਫ ਪੇਰੈਂਟਸ ਆ, ਜੋ ਮੈਂ ਕਹਿ ਸਕਦਾ ਤੁਹਾਡੀ ਜਨਰੇਸ਼ਨ ਆਫ ਪੇਰੈਂਟਸ ਆ, ਦੇ ਆਲਸੋ ਵੁਡਨਟ ਵਾਂਟ ਕਿ ਮੇਰੇ ਬੱਚੇ ਡਰਨ ਮੇਰੇ ਤੋਂ ਹਨਾ। ਇਹ ਬਟ ਜੇ ਫਿਰ ਵੀ ਇੱਕ ਕਨੈਕਟ ਨਹੀਂ ਹੈ ਬੱਚੇ ਦੇ ਨਾਲ, ਦੇ ਆਰ ਅਨਏਬਲ ਟੂ ਹੈਵ ਇਟ, ਹਾਊ ਟੂ ਬਿਕਮ ਅ ਸੇਫਟੀ ਨੈਟ ਫॉर योर ਕਿਡਸ? ਦੇ ਔਰ ਨਾ ਤੁਹਾਡੇ ਰਿਐਕਸ਼ਨ ਭਾਵਦੇ ਨੇ। ਫॉर ਐਗਜ਼ਾਮਪਲ ਉਹਨਾਂ ਨੇ ਤੁਹਾਡੇ ਕੋਲੋਂ ਕੁਝ ਛੁਪਾਇਆ, ਇਟ ਕੁਡ ਬੀ ਫॉर ਮੈਨੀ ਰੀਜ਼ਨਸ ਜਿਹੜੇ ਉਹ ਡਰਦੇ ਨੇ ਤੁਹਾਡੇ ਕੋਲੋਂ, ਕਰੈਕਟ। ਹੋ ਸਕਦਾ ਸੀ ਪਹਿਲਾਂ ਗੁੱਸਾ ਹੋਏ ਹੋਣ, ਹੋ ਸਕਦਾ ਸੀ ਕਦੀ ਕੁਝ ਕਿਹਾ ਵੀ ਨਹੀਂ ਤਾਂ ਵੀ ਬੱਚੇ ਦੇ ਮਨ 'ਚ ਡਰ ਹੈ, ਉਸਨੇ ਕਿਸੇ ਹੋਰ ਦੇ ਬੱਚੇ ਨੂੰ ਕੁਟਾਈ ਖਾਂਦੇ ਦੇਖ ਲਿਆ ਹੋਏ ਜਾਂ ਕੁਝ ਵੀ, ਐਂਡ ਉਸਨੇ ਬਣਾ ਲਿਆ ਕਿ ਮੇਰੇ ਪੇਰੈਂਟਸ ਮਾਰਨਗੇ। ਕਦੀ ਨਾ ਕਦੇ ਤੁਹਾਡੇ ਬੱਚੇ ਦੀ ਕੋਈ ਨਾ ਕੋਈ ਗੱਲ ਫੜੀ ਜਾਂਦੀ ਹੈ, ਤੁਹਾਨੂੰ ਸਮਝ ਆ ਜਾਂਦੀ ਹੈ ਕਿ ਯੂ نو ਦਿਸ ਚਾਈਲਡ ਹੈਜ਼ ਮੇਡ ਅ ਮਿਸਟੇਕ। ਐਟ ਦੈਟ ਪੁਆਇੰਟ ਇਨ ਟਾਈਮ ਟੂ ਕੰਟਰੋਲ ਯੋਰ ਰਿਐਕਸ਼ਨ, ਉਸ ਵੇਲੇ ਕੁਝ ਨਹੀਂ ਕਹਿਣਾ, ਉਹ ਹੁਣ ਤਾਂ ਚੀਜ਼ ਹੋ ਚੁੱਕੀ ਹੈ ਜੀ, ਇਟ ਹੈਜ਼ ਆਲਰੇਡੀ ਅਕਰਡ। what you can do is you can't prevent it, ਪਰ ਅੱਗੇ ਤੋਂ ਨਾ ਹੋਏ। at that point in time 24 ਘੰਟੇ ਲੰਘਣ ਦੇਣੇ ਨੇ, ਓਕੇ, ਬਿਕਾਜ਼ 24 ਆਵਰਸ ਉਹਦੀ ਐਂਗਜ਼ਾਇਟੀ ਸੈਟਲ ਇਨ ਹੋ ਜਾਏਗੀ। ਉਹਨੇ ਦੇਖ ਲਿਆ ਕਿ ਅੱਗੋਂ ਰਿਐਕਸ਼ਨ ਨਹੀਂ ਆਇਆ, then you have to sit your child down, ਬਿਠਾਓ ਤੇ ਬੜੇ ਪਿਆਰ ਦੇ ਨਾਲ ਕਹੋ ਕਿ ਪੁੱਤਰ ਜੀ ਇਹ ਹੋਇਆ, ਸਹੀ ਹੋਇਆ। ਬੱਚੇ ਕੋਲੋਂ ਬੁਲਵਾਓ, ਜੇ ਉਹ ਕਹਿੰਦਾ ਸਹੀ ਹੋਇਆ ਤੇ ਸਮਝੋ ਇਹਦਾ ਮਤਲਬ ਕਿ ਉਹ ਅੱਗੇ ਵੀ ਦੁਬਾਰਾ ਉਹੀ ਚੀਜ਼ ਕਰੇਗਾ ਕਿਉਂਕਿ ਉਹਦੇ ਦਿਮਾਗ 'ਚ ਸਹੀ ਹੈ। ਆਸਕ ਦ ਕੁਐਸਚਨ, ਜੇ ਤੁਹਾਨੂੰ ਲੱਗਦਾ ਸਹੀ ਹੈ ਤੇ ਕਿਉਂ ਸਹੀ ਹੈ। ਉਹ ਜਦੋਂ ਆਪਣੀ ਐਕਸਪਲੇਨੇਸ਼ਨ ਦੇ ਦੇ ਤਾਂ ਆਪਣਾ ਪੱਖ ਰੱਖੋ ਕਿ ਆਈ ਫੀਲ ਇਹ ਇਸ ਕਰਕੇ ਗਲਤ ਹੈ ਔਨ ਥੀਸ ਲੈਵਲਸ। when you start having these conversations ਆਪਣੇ ਬੱਚਿਆਂ ਦੇ ਨਾਲ, you will be amazed Krishna, they start coming home ਤੇ ਤੁਹਾਨੂੰ ਉਹ ਗੱਲਾਂ ਦੱਸ ਜਾਣਗੇ ਜੋ ਸ਼ਾਇਦ ਅਸੀਂ ਕਦੀ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਨਹੀਂ ਕੀਤੀਆਂ। ਤੇ ਐਜ਼ ਅ ਪੇਰੈਂਟ ਸਾਡੀ ਐਪਰੀਹੈਂਸ਼ਨ ਕੀ ਹੁੰਦੀ ਹੈ, ਜੋ ਮੈਂ ਆਪਣੇ ਫਰੈਂਡਸ ਦੇ ਵਿੱਚ ਦੇਖੀ ਸੀ। ਫॉर ਐਗਜ਼ਾਮਪਲ ਕੋਈ ਗੱਲ ਮੈਂ ਆਪਣੀ ਮਦਰ ਨੂੰ ਜਾ ਕੇ ਬੜੀ ਆਰਾਮ ਨਾਲ ਦੱਸ ਦਿੰਦੀ ਸੀ, ਕੋਈ ਲੜਕੇ ਨੂੰ ਲੈ ਕੇ ਵੀ ਕਿਸੇ ਨੇ ਛੇੜਤਾ ਕੁਝ ਕਹਿਤਾ, ਆਈ ਵੁੱਡ ਗੋ ਹੋਮ ਐਂਡ ਆਈ ਸੇ ਮੰਮਾ ਜੇ ਹੋਇਆ, ਐਂਡ ਸ਼ੀ ਵੁੱਡ ਅਗੇਨ ਕੀ ਹੋਇਆ ਸੀ, ਤੂੰ ਕੀ ਕਿਹਾ, and she would reason with me and explain the situation to me. Whereas my friends would say ਮੈਂ ਨਹੀਂ ਦੱਸ ਸਕਦੀ, ਮੈਨੂੰ ਬੰਦ ਕਰ ਦੇਣਗੇ ਘਰ ਦੇ ਵਿੱਚ ਮੇਰੇ, and they would feel guilty ਕਿ ਜੇ ਕਿਸੇ ਹੋਰ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ। ਸਹੀ ਹੈ, ਉਹ ਬੱਚੇ ਦੀ ਗਲਤੀ ਨਹੀਂ ਹੈ, ਜੋ ਕਰ ਰਿਹਾ ਉਹਦੀ ਗਲਤੀ ਹੈ, ਪਰ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਸਮਝਾ ਪਾਓਗੇ ਜੋ ਤੁਹਾਡੇ ਨਾਲ ਆ ਕੇ ਗੱਲ ਹੀ ਨਹੀਂ ਕਰੇਗਾ। and that's why I say as parents ਸਾਨੂੰ ਉਹਦੇ ਨਾਲ ਸਲੋਲੀ ਕਨਵਰਸੇਸ਼ਨ ਕਰਨੀ ਹੈ। ਇੱਕ ਰਾਤ ਦੇ ਵਿੱਚ ਚੇਂਜ ਨਹੀਂ ਹੋਏਗਾ। ਜੇ ਅੱਜ ਅਸੀਂ ਸੋਚੇ 2 ਘੰਟੇ ਬਿਠਾ ਕੇ ਗੱਲ ਕਰਾਂਗੇ, ਬੱਚਾ ਭੱਜ ਜਾਏਗਾ। ਇਹ ਗੱਲ ਸਹੀ ਹੈ ਨਾ ਕਿ ਇੱਕ ਉਹ ਵੀ ਹੁੰਦਾ ਕਿ ਨਵੀਂ ਵਿੱਦਿਆ ਮਿਲੀ ਹੈ, ਮੈਂ ਸਾਰੀ ਅੱਜ ਹੀ ਕਰਨੀ ਹੈ। ਨਹੀਂ ਪੁੱਛੋ, ਜੇ ਅੱਜ ਨਹੀਂ ਸ਼ੇਅਰ ਕਰਾਂ ਕੋਈ ਗੱਲ ਨਹੀਂ, ਕੱਲ ਨੂੰ ਫਿਰ ਤੋਂ ਪੁੱਛੋ। ਇਹਦੇ ਵਿੱਚ ਕੰਸਿਸਟੈਂਸੀ ਇਜ਼ ਦ ਕੀ। ਕੰਸਿਸਟੈਂਸੀ ਐਂਡ ਮੇਰੇ ਹਿਸਾਬ ਨਾਲ ਇੱਕ ਇਹ ਵੀ ਹੁੰਦਾ ਹੋਏਗਾ ਨਾ ਕਿ the way we have been parented versus generalized ਦੀ ਗੱਲ ਕਰ ਰਹੇ ਹਾਂ ਨਾ, ਕਿਸੇ ਦਾ ਹੋ ਸਕਦਾ ਬਹੁਤ ਹੀ ਸਟ੍ਰਿਕਟ ਹੋਣ, ਕਿਸੇ ਦੇ ਨਾ ਮਾਤਰ ਹੋਣ, ਪਰ ਇੱਕ ਸੈਂਪਲ ਸਾਈਜ਼ ਇਹ ਤਾਂ the way we have been parented and the way we are parenting or we will be parenting, ਉਹਦਾ ਦਾ ਫਰਕ ਵੀ ਬਹੁਤ ਆ ਗਿਆ ਨਾ ਸਮੇਂ ਦੇ ਨਾਲ। ਪਰ we mirror it Krishna। ਹਾਂ, ਕਿਉਂਕਿ ਅਸੀਂ ਟਾਈਮ ਦੇ ਨਾਲ ਅੱਗੇ ਨਹੀਂ ਵਧੇ। ਕਿਉਂਕਿ ਸਾਨੂੰ ਇਹ ਹੁੰਦਾ ਨਾ ਕਿ ਜਦੋਂ ਮੇਰੇ ਨਾਲ ਇਹ ਸਿਚੁਏਸ਼ਨ ਹੋਈ ਸੀਗੀ, my mom said this, my father said this, should I be, ਸ਼ਾਇਦ ਮੇਰੇ ਸਾਹਮਣੇ ਹਰ ਕਿਸੇ ਦੇ ਮਾਈਂਡ 'ਚ ਨਾ ਉਹ ਹਲਕ ਤਾਂ ਗੱਲ ਆਉਂਦੀ ਹੈ ਕਿ ਮੈਨੂੰ ਪੁੱਛਣਾ ਚਾਹੀਦਾ, ਬਿਠਾਉਣਾ ਚਾਹੀਦਾ, ਪਰ ਲੱਗਦਾ ਕਿ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ। ਕਿ ਅੱਜ ਵੀ ਸ਼ਾਇਦ ਜਿਹੜਾ ਹੁਣ ਪੇਰੈਂਟ ਹੈ ਉਹ ਆਪਣੇ ਪੇਰੈਂਟ ਦੀ ਵੈਲੀਡੇਸ਼ਨ ਸੀ ਕਰ ਰਿਹਾ ਸਬਕੌਂਸ਼ੀਅਸਲੀ, ਭਾਵੇਂ ਤੇ ਉਹਨਾਂ ਨੂੰ ਲੱਗਦਾ ਜੇ ਅੱਜ ਮੈਂ ਇਹਨੂੰ ਬੜਾਵਾ ਦਾਂਗਾ ਮੇਰੇ ਮਾਪਿਓ ਕੀ ਕਹਿਣਗੇ, ਜਾਂ ਫਿਰ ਦੇ ਆਰ ਲਰਨਡ ਜਿਹੜਾ ਉਹਨਾਂ ਦੇ ਨਾਲ ਹੋਇਆ। ਇਹ ਗੱਲ ਉਹਨਾਂ ਨੇ ਕੀਤੀ ਸੀ, ਬੇਬੇ ਨੇ 2 ਲਗਾਤੀਆਂ, ਜੇ ਤੁਹਾਡਾ ਬੱਚਾ ਕਰੇਗਾ ਤੁਸੀਂ ਬੇਬੇ ਹੋ ਤੁਸੀਂ 2 ਲਾ ਦੋਗੇ, ਕਿਉਂ? ਕਿਉਂਕਿ ਮੇਰੇ ਬੇਬੇ ਨੇ 2 ਲਾਈਆਂ ਸੀ। ਜਾਂ ਫਿਰ ਇਦਾਂ ਕਹਿਣਾ ਕਿ ਮੈਂ ਤਾਂ ਝਿੜਕੀ ਦਿੱਤਾ, ਸਾਡੀ ਵਾਰੀ ਹੋਇਆ ਹੁੰਦਾ ਨਾ ਬੇਟਾ, ਤੂੰ ਤਾਂ ਬਸ ਗਿਆ ਸੀ। ਤੁਹਾਡੇ ਟਾਈਮ ਡਿਫਰੈਂਟ ਸੀ, ਤੁਹਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀ, ਤੁਹਾਡੇ ਵਿੱਚ you were being born and brought up in the same society। ਇੱਥੇ you are, ਤੁਹਾਡੇ ਬੱਚੇ ਇੱਕ ਇਮੀਗ੍ਰੈਂਟ ਸੁਸਾਇਟੀ ਦੇ ਵਿੱਚ ਪੜੇ ਹੋ ਰਹੇ ਨੇ, ਉਹਨਾਂ ਦੇ ਹਰ ਨੈਸ਼ਨੈਲਿਟੀ ਦੇ ਫਰੈਂਡਸ ਹੋਣਗੇ ਜੀ। ਜੇ ਤੁਸੀਂ ਸਾਰੀ ਆਲ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ ਪਾ ਦਿਓ, ਉਹਦੇ ਵਿੱਚ ਵੀ ਹਾਫ ਬ੍ਰਾਊਨ ਪੇਰੈਂਟਸ ਆਰ ਵਾਈਟ ਵਾਸ਼ਡ, ਉਹਨਾਂ ਦੀ ਡਿਫਰੈਂਟ ਥਿੰਕਿੰਗ ਹੈ, ਹਾਫ ਪੇਰੈਂਟਸ ਆਰ ਡਿਫਰੈਂਟ, ਸਮ ਪੇਰੈਂਟਸ ਦੇ ਹੈਵ ਗੋਟ ਮਲਟੀਪਲ ਪਾਰਟਨਰਸ। ਤੁਸੀਂ ਸੇਮ ਐਜੂਕੇਸ਼ਨ ਨਹੀਂ ਦੇ ਰਹੇ ਆਪਣੇ ਬੱਚੇ ਨੂੰ, ਤੇ ਤੁਸੀਂ ਸੇਮ ਪੇਰੈਂਟਿੰਗ ਕਿੱਦਾਂ ਦੇ ਸਕਦੇ ਹੋ?
ਟੂ ਐਡ ਟੂ ਦੈਟ ਮੈਂ ਕਹਿੰਦਾ ਕਿ ਬੱਚੇ ਲਈ ਤਾਂ ਫਿਰ ਵੀ ਇੱਕ ਹੋਮੋਜੀਨਸ ਸੋਸਾਇਟੀ ਹੈ ਕਿ ਉਹ ਤਾਂ ਇੱਥੇ ਵੱਡਾ ਹੋ ਰਿਹਾ ਹੈ ਨਾ ਉਹਦੇ ਲਈ, ਬਟ ਸਟਿਲ ਸਾਡਾ ਤੇ ਜੋ ਸਾਡਾ ਸਮਾਂ ਸੀਗਾ ਸੋਸ਼ਲ ਮੀਡੀਆ ਹੀ ਕਿਉਂਕਿ ਨਹੀਂ ਸੀ ਤਾਂ ਐਕਸਪੋਜ਼ਰ ਹੀ ਨਹੀਂ ਸੀ, ਬਿਲਕੁਲ ਹੈ ਨਾ। ਨਹੀਂ ਸੀ। ਹੁਣ ਕਿੰਨੇ ਸਾਰੇ ਕ੍ਰੀਏਟਰਸ ਨੇ ਜੋ US ਬੈਠੇ ਆ, ਯੂਰਪ ਬੈਠੇ ਆ, I have never met them personally, ਹੈ ਨਾ, ਪਰ ਬੱਚਾ ਤਾਂ ਦੇਖ ਰਿਹਾ, ਬੱਚਾ ਤਾਂ ਉਹਨਾਂ ਨੂੰ ਫੋਲੋ ਕਰ ਰਿਹਾ। ਸਾਡੇ ਟਾਈਮ ਤੱਕ ਤਾਂ ਉਹੀ ਪ੍ਰਾਈਵੇਟ 4 5 6 7 ਚੈਨਲ ਸੀਗੇ, ਉਹੀ 7 ਫਿਲਮਾਂ 8 ਫਿਲਮਾਂ ਆਣੀਆਂ, ਹੈ ਨਾ। ਐਂਡ ਉਸ ਤੋਂ ਪਿਛਲੀ ਜਨਰੇਸ਼ਨ ਚੱਲਦਾ ਤਾਂ ਸ਼ਾਇਦ ਉਹ ਵੀ ਨਹੀਂ ਸੀ ਕਿ ਤੁਹਾਨੂੰ ਜ਼ਿਆਦਾ ਪ੍ਰਭਾਵ ਕਰਨ ਵਾਲੀਆਂ ਚੀਜ਼ਾਂ ਵੀ ਨਹੀਂ ਸੀਗੀਆਂ ਉਸ ਟਾਈਮ। ਬਿਲਕੁਲ। ਤੇ ਦੇ ਆਰ ਸੋ, ਸਾਨੂੰ ਲੱਗਦਾ ਸਾਡਾ ਬੱਚਾ ਤਾਂ ਘਰ ਗੇਮ ਖੇਲ ਰਿਹਾ ਹੈ, ਬਾਹਰ ਮੈਂ ਜਾਣ ਨਹੀਂ ਦਿੰਦੀ, ਕਿੱਥੋਂ ਇਨਫਲੂਐਂਸ ਹੋਏਗਾ? Krishna, do you know how many kids get groomed over internet games? ਹਾਂ, ਮੈਂ ਕਾਫੀ ਸੁਣਿਆ ਇਹਦੇ ਉੱਪਰ। ਤੇ ਤੁਹਾਡਾ 6 ਸਾਲ ਦਾ ਬੱਚਾ ਰੋਬਲੌਕਸ ਖੇਲ ਰਿਹਾ ਫॉर ਐਗਜ਼ਾਮਪਲ, ਜੀ, ਉਹਦੇ ਵਿੱਚ ਵੀ ਚੈਟ ਫੀਚਰ ਹੈ ਜਿਹੜਾ ਉਹ ਕਿਸੇ ਬਾਹਰ ਦੇ ਨਾਲ ਗੱਲ ਕਰ ਸਕਦਾ ਹੈ। ਜੇ ਮੈਂ ਆਪਣੇ ਪੁੱਤਰ ਦੇ ਨਾਲ ਉਹ ਗੱਲਾਂ ਨਾ ਸ਼ੇਅਰ ਕੀਤੀਆਂ ਹੁੰਦੀਆਂ, he has come up to me and said, Mom, these are the different sites. This is what's happening. In fact, he educated me on some of the things, saying, you have to be careful. And ਸ਼ਾਇਦ ਉਹ ਮੇਰੇ ਲਈ ਇੱਕ ਵਿਨ ਸੀਗੀ ਕ੍ਰਿਸ਼ਨਾ, because if ਮੇਰਾ ਬੇਟਾ ਮੈਨੂੰ ਆ ਕੇ ਕਹਿ ਰਿਹਾ ਨਾ, ਮਮ ਸੋਸ਼ਲ ਮੀਡੀਆ ਤੇ ਕੇਅਰਫੁਲ ਰਹੋ, that means we have given them some confidence ਜਿਹੜਾ ਆਪਣੇ ਮਾਪਿਆਂ ਨੂੰ ਆ ਕੇ ਹਰ ਗੱਲ ਦੱਸ ਸਕਦਾ ਹੈ। ਇੱਕ ਇਹ ਵੀ ਸ਼ਾਇਦ ਇਹਦੇ ਅੰਦਰ ਆ ਜਾਂਦਾ ਕਿ ਉਹਨਾਂ ਨੂੰ ਮਾੜਾ ਚੰਗਾ ਸਮਝ ਆਣਾ ਸ਼ੁਰੂ ਹੋ ਗਿਆ, ਜੋ ਸ਼ਾਇਦ ਮੇਰੇ ਖਿਆਲ ਨਾਲ ਇਹੀ ਹੁੰਦਾ ਅਲਟੀਮੇਟ ਪੁਆਇੰਟ ਆਫ ਪੇਰੈਂਟਿੰਗ, ਰਾਈਟ? ਬਿਕਾਜ਼ ਤੁਸੀਂ ਆਪਣੇ ਬੱਚੇ ਦੇ ਨਾਲ ਨਾ 18-20 ਸਾਲ ਤੱਕ ਹੋ, ਉਸ ਤੋਂ ਬਾਅਦ ਉਹ ਬਾਹਰ ਕਮਾਉਣ ਜਾਏਗਾ, ਆਪਣੀ ਹਿਸਾਬ ਨਾਲ ਦੁਨੀਆ ਵਸਾਏਗਾ। ਐਂਡ ਵੈਨ ਆਈ ਸੇ ਬੋਥ ਬॉयਜ਼ ਐਂਡ ਗਰਲਸ, ਅੱਜ ਕੱਲ ਇਹ ਪੁਰਾਣੀ ਗੱਲਾਂ ਹੋ ਗਈ, ਇਸ ਕੰਟਰੀ ਦੇ ਵਿੱਚ ਵੀ ਤੁਸੀਂ ਦਬਾਉਣ ਦੀ ਵੀ ਕੋਸ਼ਿਸ਼ ਕਰੋਗੇ, ਕਿਡਸ ਵਿਲ ਗੋ ਆਊਟ, the law is with them, ਤੁਸੀਂ ਇੱਕ ਪੁਆਇੰਟ ਤੋਂ ਬਾਅਦ ਨਹੀਂ ਰੋਕ ਪਾਓਗੇ। ਈਵਨ ਸੋ ਇਨ ਇੰਡੀਆ ਆਲਸੋ ਆਈ ਵੁੱਡ ਸੇ ਕਿ ਸ਼ਾਇਦ ਜੋ ਟ੍ਰੈਡੀਸ਼ਨਲ ਬਿਜ਼ਨਸ ਬੈਕਗਰਾਉਂਡਸ ਨੇ ਉਹ ਵੀ ਨਾਰਥ ਇੰਡੀਆ ਦੇ ਅੰਦਰ ਮੇ ਵੀ, ਹੈ ਨਾ, ਜਾਂ ਫਿਰ ਐਗਰੀਕਲਚਰਲ ਬੈਕਗਰਾਉਂਡ ਨੇ, ਉਹ ਲੋਕਾਂ ਨੂੰ ਜੇ ਆਪਾਂ ਪਰੇ ਕਰ ਦਈਏ, ਕੋਈ ਵੀ ਆਊਟ ਆਫ ਪੰਜਾਬ ਇੱਧਰ ਘੱਟ ਹੀ ਘਰ ਤੁਹਾਨੂੰ ਸੁਣਨ ਨੂੰ ਮਿਲਣਗੇ ਕਿ ਮਮ ਡੈਡ ਦੇ ਨਾਲ ਹੀ ਬੱਚੇ ਆਫਟਰ ਮੈਰਿਜ ਰੈਫਰ ਕੁਛ ਹੈ ਨਾ, ਬਿਕੋਜ਼ ਦੇ ਹੈਵ ਗॉट देयर ओन जॉब्स, अलग-अलग सर्विस है, इवन इफ दे आर डूइंग देयर अदर वर्क, दे माइट बी लिविंग जस्ट बीइंग, है ना, नेबर भी रह सकते, पर यू वुडंट से कि दे आर लिविंग इन द सेम हाउस। पर आजकल नौकरी वास्ते हर कोई बैंगलोर है, कोई हैदराबाद है, कोई चेन्नई है, घर दे विच तो बहुत घट बच्चे रह गए। इट्स अ प्रिविलेज टू से कि हां जी सारी फैमिली हुन इकट्ठे रहंदी, बिल्कुल अग्रीड, थैंक्स टू द इकोनॉमी कि हुन ਇਕਨੋਮੀ ਵੀ ਨਹੀਂ ਅਲਾਉ ਕਰਦੀ ਨਾ ਇਹ ਚੀਜ਼ਾਂ। ਜੇ ਤੁਸੀਂ ਚਾਹੁੰਦੇ ਹੋ ਕੱਲ ਨੂੰ ਤੁਹਾਡਾ ਬੱਚਾ ਆਪਣੇ ਪੈਰਾਂ ਤੇ ਖੜਾ ਹੋਏ, ਉਹਨਾਂ ਦੇ ਚੈਲੰਜਸ ਸਮਝੋ। ਲੈਟਸ ਟਾਕ ਅਬਾਊਟ ਵੈਰੀ ਕੁਇਕਲੀ ਔਨ ਦ ਚੈਲੰਜਸ। ਜੇ ਮੈਂ ਤੁਹਾਨੂੰ ਪੁੱਛਾਂ, ਅੱਜ ਦਾ ਬੱਚਾ ਜਿਹੜਾ ਇੱਕ ਮਾਈਗ੍ਰੈਂਟ ਫੈਮਿਲੀ, ਤੁਹਾਨੂੰ ਪਤਾ ਕਿੰਨੇ ਬੱਚੇ ਨੇ ਮਾਈਗ੍ਰੈਂਟ ਫੈਮਿਲੀ ਸਿਰਫ ਵਿਕਟੋਰੀਆ ਦੇ ਵਿੱਚ? ਸੋ 750,000। Oh, that means about I think 25% are first generation. okay, first generation means ਜਿਹੜੇ ਉੱਥੋਂ ਆਏ ਨੇ। okay, rest population is ਜਿਨ੍ਹਾਂ ਦਾ at least one parent migrate ਹੋ ਕਰ ਆਇਆ। okay, ਜੀ। So 750,000 people. My God. ਸੋਚੋ ਤੇ ਤੁਹਾਡੇ ਬੱਚੇ ਦੇ ਆਸ-ਪਾਸ ਹਿਸਾਬ ਲਗਾ ਲਓ, 1 in 4 kids or 2 in 4 kids is a migrant family. It's a migrant family. ਉਹਨਾਂ ਦੇ ਬੜੇ ਸਟਰਗਲਸ ਨੇ ਕ੍ਰਿਸ਼ਨਾ। ਅਸੀਂ ਚਲੋ ਆਏ, ਅਸੀਂ ਹੁਣ ਸੈੱਟ ਹੋ ਗਏ ਹਾਂ, ਅਸੀਂ ਜੌਬ ਕਰ ਰਹੇ ਹਾਂ, ਲੈਂਗੁਏਜ ਦੇ ਹਿਸਾਬ ਨਾਲ ਅਸੀਂ ਜੌਬ ਕਰ ਲਈ, ਆਪਣੇ ਆਸ-ਪਾਸ ਯੂ نو we've settled down. ਹਾਂ, ਬਿਲਕੁਲ। ਉਹਨਾਂ ਕੋਲੋਂ ਚੋਇਸ ਨਹੀਂ ਹੈ ਹਲੇ। ਹਾਂ। ਸੋ ਦੇ ਆਰ ਸੀਇੰਗ ਟੂ ਵਰਲਡਸ, ਇੱਕ ਵਰਲਡ ਜਿੱਥੇ ਅਸੀਂ ਅਡਾਪਟ ਕੀਤਾ ਹੈ, ਇੱਕ ਵਰਲਡ ਜਦੋਂ ਅਸੀਂ ਘਰ ਜਾ ਕੇ ਦੇਖਦੇ ਹਾਂ, ਇੱਕ ਸਕੂਲ ਦਾ ਵਰਲਡ ਹੈ ਜਿੱਥੇ ਬਾਕੀ ਬੱਚਿਆਂ ਨੂੰ ਦੇਖਦੇ ਹੋ, ਉਹਨਾਂ ਦੇ ਟਿਫਿਨਸ ਤੱਕ, ਯੂ نو that little thing is such a big thing for kids. ਅਸੀਂ ਪਰੌਂਠੀ ਲੈ ਕੇ ਆ ਰਹੇ ਹਾਂ, ਬੱਚਾ ਸਾਹਮਣੇ ਵਾਲਾ ਸੈਂਡਵਿਚ, ਪਾਸਤਾ, ਅਲੱਗ-ਅਲੱਗ ਅਸੋਰਟਮੈਂਟਸ ਲੈ ਕੇ ਆ ਰਿਹਾ। ਤੁਹਾਨੂੰ ਲੱਗਦਾ ਹੈ ਕਿ ਯਾਰ ਮੇਰੀ ਲਾਈਫ ਬੜੀ ਡਿਫਰੈਂਟ ਹੈ। ਜੇ ਅਸੀਂ sorry to cut you off. Let's suppose there's an example, है ना, एक बच्चा he gets bullied in the class just because वो अपना Indian food है ना लेके आ रहा है, something like that, है ना. How as a parent you would tell him or her कि भाई कोई गल नहीं, this is from our thing, and people sometimes are just mean to be mean. Correct. है ना, कि अपने आप ਨੂੰ ਨੀਵਾਂ ਨਹੀਂ ਸੋਚਣਾ ਚਾਹੀਦਾ. How to do it rather than saying कि तू खानी ਪਰੌਂਠੀ। ਹਾਂ, ਪਹਿਲਾਂ ਤਾਂ ਉਹਨਾਂ ਨੂੰ ਐਜ਼ ਆਈ ਸੇ ਹਰ ਚੀਜ਼ ਦਾ ਸੋਲੂਸ਼ਨ ਇੱਥੇ ਐਜੂਕੇਸ਼ਨ ਤੇ ਕਨਵਰਸੇਸ਼ਨ ਤੇ ਹੈ। ਫੋਰ ਐਗਜ਼ਾਮਪਲ ਜਿਵੇਂ ਅਸੀਂ ਇਡਲੀ ਦਿੰਦੇ ਹਾਂ ਜਾਂ ਪਰੌਂਠੀ ਦਿੰਦੇ ਹਾਂ, ਕਰੈਕਟ, ਗੋਰਿਆਂ ਦੀ ਲੈਂਗੁਏਜ ਦੇ ਵਿੱਚ ਇਟ ਇਜ਼ ਪੈਨਕੇਕ, ਐਂਡ ਟਰਸਟ ਮੀ
ਜੋ ਤੁਸੀਂ ਐਕਸਪਲੇਨ ਕਰਦੇ ਹੋ ਉਹ ਵਿਕਦਾ ਹੈ. ਇਟਸ ਲਾਈਕ ਅ 5-star ਹੋਟਲ. ਹਾਂ ਨਹੀਂ ਇਹ ਤਾਂ ਗੱਲ ਠੀਕ You know, ਹੈ you had a turmeric yogurt with rice, kadi chawal. ਹਾਂਜੀ ਹਾਂਜੀ ਇਸ ਤਰ੍ਹਾਂ ਹੀ ਹੈ But the moment you say turmeric rice, turmeric yogurt with rice, ਸਾਹਮਣੇ ਵਾਲਾ ਲੱਗੇਗਾ ਬੜੀ fancy dish ਪਤਾ ਹੈ. ਨਹੀਂ ਕਿਆ ਹੀ ਆ ਗਿਆ. So ਮੈਂ ਆਪਣੇ ਬੇਟੇ ਨੂੰ ਜਦੋਂ ਪਰੌਂਠੀ ਦਿੱਤੀ ਜਾਂ ਆਪਣੀ ਡਾਟਰ ਨੂੰ ਵੀ, so I explained this is wheat flour pancake. And it is with some spices, so it smells good. तो पहले दिन ਉਹਨੇ ਆ ਕੇ ਕੀਤਾ, ਅਗਲੇ ਦਿਨ ਜਾ ਕੇ ਉਹਨੇ ਐਕਸਪਲੇਨ ਕਰਤਾ. Having said that, ਜੇ ਮੈਂ ਉਹਨੂੰ ਰਾਈਸ ਤੇ ਕਰੀ ਦਵਾਂ, ਸਕੂਲ ਦੇ ਵਿੱਚ ਜਦੋਂ ਡੱਬਾ ਖੋਲਦੇ ਸੀ ਉਹਦੀ ਸਮੈਲ ਆਉਂਦੀ ਸੀ. ਨੈਚੁਰਲੀ They got called smelly Indian. Now you have to understand ਉਹ ਬੱਚੇ ਦੀ ਵੀ ਗਲਤੀ ਨਹੀਂ ਜਿਹੜਾ ਉਹਨੂੰ ਕਹਿ ਰਿਹਾ, ਉਹਨੂੰ ਵੀ ਜਿੰਨੀ ਸਮਝ ਆਏ ਜਾਂ ਉਹਦੇ ਪੇਰੈਂਟਸ ਨੇ ਉਹਨੂੰ ਐਜੂਕੇਟ ਨਹੀਂ ਕੀਤਾ. So some battles ਤੁਸੀਂ ਜਿੱਤੋਗੇ, some battles you have to retreat. So ਪਰੌਂਠੀ ਜਿੱਤ ਗਈ, ਜਿਹੜਾ ਪੈਨਕੇਕ ਸੀ ਉਹ ਅੱਗੇ ਵੀ ਲੈ ਕੇ ਗਏ ਤੇ ਕਰਡ ਰਾਈਸ ਰਹਿ ਗਿਆ. And I did not want my child to feel odd. And I said, मेरे को राइस और जैसे you know sometimes I would तड़का लगा के आप चावलों का दे देते. For some reason जब वो टिफिन खोलता था तो सारी क्लास में अच्छी खुशबू आती थी. And my child would get conscious with it. At that age कुछ battles उन्होंने तुसी लड़नी सिखाओगे, कुछ सामने वाले दा लिहाज करना सिखाओगे. For example मैं काम ये मेरे नाल होया, so I can relate to my child. ਅਸੀਂ ਕੰਮ ਤੇ ਜਾਂਦੇ ਸੀ, communal kitchen ਸੀ. We had a very beautiful South Indian architect there. वो टिफिन लेकर आता था, ਉਹਨੇ कंपार्टमेंट वाला, ਉਹਨੇ गरम करना, दही भी होना, मतलब रायता भी होना, सब्जी भी होनी, ਤੇ ਉਹਨਾਂ ਨੇ ਖਾਣਾ ਵੀ ਇਦਾਂ ਹੀ. ਮੈਂ ਸੇਮ ਕੰਟਰੀ ਤੋਂ ਆਨੀ ਆ, ਮੇਰੇ ਕੋਲੋਂ ਸਾਹਮਣੇ ਬੈਠ ਕੇ ਖਾਇਆ ਨਹੀਂ ਜਾਂਦਾ ਸੀ. I would take my tiffin and go somewhere. ਉਹਨਾਂ ਨੂੰ ਕੁਝ ਕਿਹਾ ਨਹੀਂ, ਮੈਂ ਆਪਣਾ ਕਿਤੇ ਹੋਰ ਬਹਿਣਾ ਸ਼ੁਰੂ ਹੋ ਗਈ. ਪਰ ਗੋਰਿਆਂ ਨੇ ਜਿਹਨੇ ਦੇਖਿਆ ਹੀ ਨਹੀਂ ਹੈ, ਤੁਸੀਂ ਥੋੜਾ ਜਿਹਾ when it is communal, ਇੱਕ communal respect ਜ਼ਰੂਰੀ ਹੈ. ਜੇ ਮੈਂ ਕਹਾਂ ਨਾ ਇਹ ਮੇਰੇ ਨਾਲ ਗਲਤ ਹੋ ਰਹੀ, ਮੈਂ ਆਪਣੇ ਹਿਸਾਬ ਦੇ ਨਾਲ ਖਾਣਾ ਨਹੀਂ ਖਾ ਸਕਦਾ, ਉਹ ਵੀ ਗਲਤ ਹੈ. ਤੁਸੀਂ ਥੋੜਾ ਜਿਹਾ ਸਾਹਮਣੇ ਵਾਲੇ ਦਾ ਲਿਹਾਜ਼ ਰੱਖੋ. ਥੋੜਾ ਅਗਲੇ ਦਾ ਵੀ ਦੇਖੋ. You have to have that respect. I always say that. ਇਹਦੇ ਅੰਦਰ ਇਹ ਵੀ ਆ ਜਾਂਦਾ ਮੇਰੇ ਹਿਸਾਬ ਨਾਲ, ਹਨਾ, ਕਿ ਅਗੇਨ ਨਾਟ ਅ ਪੇਰੈਂਟ, ਪਰ ਚਲੋ ਬੋਲਾਂਗੇ. ਪਰ ਮੈਨੂੰ ਲੱਗਦਾ ਹਨਾ, ਜੋ ਆਹ ਤੁਸੀਂ ਸਿਚੁਏਸ਼ਨ ਦੱਸੀ, ਇਟ ਰੀਅਲੀ ਟ੍ਰਿਗਰਸ ਦੋ ਚੀਜ਼ਾਂ ਜੋ ਹਨਾ ਟਿਕ ਮਾਰ ਕੇ ਦੇ ਅੰਦਰ ਹੋ ਜਾਂਦੀਆਂ, ਕਿ ਇੱਕ ਤੇ ਪੁੱਛੋ ਹਾਊ ਵਾਜ਼ ਯੋਰ ਡੇ, ਸੈਕੰਡਲੀ ਹਨਾ, ਸੈਕੰਡਲੀ ਹੈ ਕਿ ਫੋਲੋ ਅਪ ਹੋਣਾ ਚਾਹੀਦਾ ਕਿ ਇਜ਼ ਦੇਅਰ ਸਮਥਿੰਗ ਤੂੰ ਮੈਨੂੰ ਨਹੀਂ ਦੱਸਣਾ ਚਾਹ ਰਿਹਾ ਜਾਂ ਦੱਸਣਾ ਚਾਹ ਰਹੀ, ਹਨਾ. ਐਂਡ ਫਿਰ ਦੱਸੋ ਕਿ ਬਈ ਜੇ ਸਾਡਾ ਫੂਡ ਹੈ ਉਹਨਾਂ ਨੂੰ ਔਡ ਲੱਗਦਾ ਕਿਉਂਕਿ ਦੇ ਡੋਂਟ ਨੋ. Correct. ਬਟ ਦਿਸ ਇਜ਼ ਨਾਟ ਬੈਡ. If you like it, you can always educate them. Correct. कि this is not something out of the box मैं खा रहे हैं. Correct. है ना, कि this is very normal. And if still there is a problem that persists, then we are always there. है ना, कि ਅਸੀਂ ਹੈਗੇ ਆ ਗੱਲ ਵੇਖਣ ਲਈ, ਕਿ ਇੱਕ ਚੈੱਕਲਿਸਟ ਜੀ ਤਰੀਕੇ ਨਾਲ ਨਾ ਪ੍ਰੋਸੀਜਰਲ ਵੇ 'ਚ ਕਰ ਦੋ. ਤੇ ਇਹਨੂੰ ਜੇ ਮੈਂ ਐਗਜ਼ਾਮਪਲ ਦਵਾਂ, so I always say India is my motherland. Correct. I was born there. The Australia is my in-laws place. I got married into it. Okay. You know, it's a very simple concept ਕਿ ਘਰੋਂ ਆਈ ਤੇ in-laws ਦੇ ਘਰ ਦੇ ਵਿੱਚ ਆ ਗਈ. ਜੀ ਜੀ. ਕੁਝ ਚੀਜ਼ਾਂ ਮੈਂ ਆਪਣੇ ਘਰ ਵਾਲੀ ਪਰਸਨੈਲਿਟੀ ਆਪਣੇ ਨਾਲ ਕੈਰੀ ਕਰਾਂਗੀ, ਕੁਝ ਰੂਲਸ ਰੈਗੂਲੇਸ਼ਨਸ ਤੇ ਰਿਸਪੈਕਟ ਮੈਂ ਆਪਣੇ in-laws ਦੀ ਰੱਖਾਂਗੀ. ਜੇ ਮੈਂ ਇੱਥੇ ਆ ਕੇ ਕਹਾਂ ਕਿ no, my way, ਤਾਂ ਫਿਰ ਘਰ ਰਹਿਣਾ ਸੀ. Why did you come here? ਹਾਂ ਇਹ ਤਾਂ ਹੈ. But if you've come here, I want my humanity to be preserved, my respect to be preserved, and I will carry on your legacy as well. कोई तो रीजन थी ना मैं ਇੱਥੇ ਆਈ. ਇੱਕ ਹੈ ਵੈਸੇ ਹੈ ਬਹੁਤ ਥਿਨ, ਬਹੁਤ ਥ੍ਰੈਡ ਤੋਂ ਵੀ ਜ਼ਿਆਦਾ ਥਿਨ ਲਾਈਨ ਹੈ ਨਾ, ਟੂ ਬੀ ਪੌਂਪਸ ਅਬਾਊਟ ਸਮਥਿੰਗ ਕਿ ਮੇਰਾ ਕਿ ਮੈਂ ਜਿੱਥੋਂ ਆਉਂਦਾ ਮੇਰੀਆਂ ਜੜ੍ਹਾਂ, ਉਹਨੂੰ ਇੱਕ ਦੱਸਣ ਦਾ ਤਰੀਕਾ ਵੀ ਹੈ ਕਿ ਅਗਲਾ ਬੰਦਾ ਯਾਦ ਰੱਖੇ, ਹੈ ਨਾ. ਯੂ ਡੋਂਟ ਨੀਡ ਟੂ ਬੀ ਐਗਰੈਸਿਵ ਹਮੇਸ਼ਾ, ਹੈ ਨਾ. ਜੋ ਕੰਮ ਹਲੀਮੀ ਨਾਲ ਤੇ ਕਿਸੇ ਨੂੰ ਸਮਝਾ ਕੇ ਹੋ ਜਾਂਦਾ ਪਾਰ, ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਮੈਂ ਵੀ ਪਰਸਨਲ ਤੌਰ ਤੇ ਵੇਖਿਆ ਵੈਨ ਮੈਂ ਇੰਡੀਵਿਜੂਅਲੀ ਕਿਸੇ ਕੌਕੇਜ਼ਨ ਨਾਲ ਬੈਠਾ ਜੋ ਸ਼ਾਇਦ ਇਟਾਲੀਅਨ ਬੈਕਗਰਾਊਂਡ ਜਾਂ ਫਿਰ ਯੂਰੋਪੀਅਨ ਬੈਕਗਰਾਊਂਡ ਫਰੋਮ ਐਨੀਵੇਅਰ ਦੇ ਕੁਡ ਵੀ, ਹੈ ਨਾ. ਜ਼ਿਆਦਾਤਰ ਬ੍ਰਿਟਸ ਇੱਥੇ ਆ ਕੇ ਰਹਿੰਦੇ ਹੈ ਨਾ, ਉਹ ਵੀ ਹੋ ਸਕਦੇ ਆ. ਜਦੋਂ ਤੁਸੀਂ ਇੰਡੀਵਿਜੂਅਲਿਟੀ ਤੇ ਕਿਸੇ ਨਾਲ ਬੈਠਦੇ ਹੋ ਨਾ, ਤੁਹਾਨੂੰ ਪਤਾ ਲੱਗਦਾ ਇੰਨਾ ਵੀ ਖਾਸਾ ਕੋਈ ਫਰਕ ਨਹੀਂ ਹੈ. ਫੈਮਿਲੀ ਲਾਈਵਸ ਦੈਟ ਦੇ ਹੈਵ ਲਿਵਡ, ਦ ਪੇਰੈਂਟਸ ਦੈਟ ਦੇ ਹੈਵ ਹੈਡ, ਟ੍ਰੇਨ ਆਫ ਥਾਟ ਬੱਚਿਆਂ ਨੂੰ ਲੈ ਕੇ ਵੀ ਸਾਡੇ ਵਾਂਗਰ ਹੀ ਸੋਚਦੇ ਨੇ. ਐਜ਼ ਅ ਸੈਡ, ਮੈਂ ਹੁਣ ਫੈਮਿਲੀ ਨਾਲ ਬੈਠੀ, ਉਹ ਕਹਿੰਦੇ ਅਸੀਂ ਵੀ ਸਲੀਪ ਓਵਰ ਨਹੀਂ ਅਲਾਉ ਕਰਦੇ. ਹਾਂ, ਇਹ ਨੇ ਕਿ ਜੋ ਗੋਰਿਆ ਤੇ ਹਾਂਜੀ ਪਤਾ ਨਹੀਂ ਬੱਚਾ ਅੱਜ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਕਿੱਥੇ ਜਾ ਰਿਹਾ ਹੈ. ਇਟਸ ਨਥਿੰਗ ਲਾਈਕ ਦੈਟ. ਹਾਂ, ਸੇਮ ਮੋਸਟ ਉਲਟਾ ਆਸਟ੍ਰੇਲੀਆ ਵਾਸ ਮੋਰ ਟ੍ਰੈਡੀਸ਼ਨਲ than India was. It in 1975 tak ladies could not go to the same pub
as the male ones. ਅੱਛਾ ਵਾਹ If you go to Sovereign Hill, ਜੇ ਤੁਸੀਂ ਜਾਓ, ਅੱਛਾ ਇੱਥੇ ਵੀ, you know, India is far more advanced traditionally than Australia was and still Well is. done, ਮੈਨੂੰ ਪਤਾ ਹੀ ਨਹੀਂ ਸੀ ਅੱਛਾ ਅਰੇ ਯਾਰ ਮੈਂ ਤਾਂ 95 ਬੌਰਨ ਗੁੱਸਾ ਹੀ ਕਰਕੇ ਮੇਰੇ ਟਾਈਮ ਤੇ ਤਾਂ ਜਾ ਪਾ ਰਹੀ ਹੈ ਨਾ ਆਈ ਐਮ ਹੈਪੀ ਭਾਈ ਆਸਟ੍ਰੇਲੀਆ ਦਾ 2026 ਚ ਔਰਤਾਂ ਸੇਮ ਪਬ 'ਚ ਜਾ ਸਕਦੀਆਂ ਗਾਇਸ ਇਹ ਮੈਨੂੰ ਪਤਾ ਸੋ ਕਹਿਣ ਦਾ ਮਤਲਬ ਹੈ ਅਸੀਂ ਟੈਗ ਕਰ ਦਿੰਦੇ ਆ ਕਿ ਗੋਰਾ ਹੈ ਹਾਂ। ਇਹਦਾ ਐਦਾਂ ਦਾ ਕੁਝ ਨਹੀਂ ਹੈ ਜੇ ਤੁਸੀਂ ਆਪਣੀ ਉਸ ਹੈਡ ਹਾਰਸ ਹਾਈ ਹਾਰਸ ਤੋਂ ਉਤਰੋਗੇ ਹਾਂ ਤਾਂ ਤੁਹਾਨੂੰ ਦਿਖੇਗਾ ਕਿ ਸਾਹਮਣੇ ਵਾਲਾ ਵੀ ਮੈਨੂੰ ਹਰ ਗੱਲ ਦੇ ਉੱਤੇ ਰੇਸਿਜ਼ਮ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹ ਸਿਰਫ ਇੱਕ ਆਪਣਾ ਪਰਸਪੈਕਟਿਵ ਸਮਝ ਰਿਹਾ ਹੈ ਇਸ ਕਰਕੇ ਕਹਿੰਦੀ ਆ ਆਸਟ੍ਰੇਲੀਅਨਸ ਤੁਹਾਡੇ ਇਨ-ਲॉज ਨੇ ਉਹ ਕੁਝ ਵੀ ਕਹਿਣਾ ਹੈ ਤੁਸੀਂ ਡੰਡਾ ਪਹਿਲਾਂ ਚੱਕ ਲੈਣਾ ਹੈ ਕਿ ਮੈਨੂੰ ਦਬਾਉਣ ਆਏ ਨੇ ਹਾਂ ਕਿ ਤੂੰ ਬੋਲਿਆ ਕਿੱਦਾਂ ਬੋਲ ਵੈਸੇ ਗੱਲ ਠੀਕ ਹੈ ਮਤਲਬ ਇੰਡੀਆ 'ਚ ਰਹਿੰਦੇ ਹੋਏ ਅਗੇਨ ਇੰਡੀਆ ਇਜ਼ ਸੱਚ ਅ ਹਿਊਜ ਟਰਮ ਮੈਂ ਆਪਣੇ ਸ਼ਹਿਰ ਦੇ ਅੰਦਰ ਰਹਿੰਦੇ ਹੋਏ ਮੇਰੇ ਮਹੱਲੇ ਦੇ ਅੰਦਰ ਵੀ 2 ਲੋਕੀ ਹੋਣਗੇ ਜੋ ਮੈਨੂੰ ਪਤਾ ਕਿ ਯਾਰ ਦੇ ਆਰ ਨਾਟ ਨਾਈਸ ਪੀਪਲ ਦੇ ਆਰ ਨਾਟ ਕਾਈਂਡ ਪੀਪਲ ਜਾਂ ਫਿਰ ਹੋ ਸਕਦਾ ਉਹ ਮੇਰੇ ਬਾਰੇ ਇਸ ਤਰ੍ਹਾਂ ਸੋਚਦੇ ਹੋਣ ਜਾਂ ਫਿਰ ਸਾਡਾ ਕਨੈਕਟ ਹੀ ਨਾ ਹੋਵੇ ਤੇ ਇਹ ਤਾਂ ਮਤਲਬ ਕਿਸੇ ਹੋਰ ਰੇਸ ਦੇ ਬੰਦੇ ਨਾਲ ਵੀ ਹੋ ਸਕਦਾ ਕਿ ਜਿਸ ਤਰ੍ਹਾਂ ਅਸੀਂ ਰੇਸਿਜ਼ਮ ਫੀਲ ਕਰਦੇ ਹਾਂ ਸਾਡਾ ਵੀ ਇੱਕ ਤਰ੍ਹਾਂ ਦਾ ਇਹ ਰੇਸਿਜ਼ਮ ਹੈ ਨਾ ਇੱਕ ਇਹ ਸੋਚਣਾ ਕਿ ਥੀਸ ਗਾਇਜ਼ ਆਰ ਟੂ ਫਾਸਟ ਟੈਲ ਮੀ ਵਨ ਥਿੰਗ ਜੀ ਗੋਰਾ ਬੈਠਿਆ ਹੋਇਆ ਤੇ ਤੁਸੀਂ ਉਹਦੇ ਸਾਹਮਣੇ ਪੰਜਾਬੀ ਚ ਗੱਲ ਕਰ ਰਹੇ ਹੋ ਹਾਂ ਇਹ ਤਾਂ ਹੁੰਦਾ ਗੋਰੇ ਨੂੰ ਲੱਗਦਾ ਨਾ ਕਿ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਹੋ ਹਾਂ ਉਹ ਰੇਸਿਸਟ ਫੀਲ ਕਰਦਾ ਹੈ ਨੈਚੁਰਲ ਹੈ ਸਮਝੋ ਮੇਰੇ ਸਾਈਡ ਤੇ ਕੋਈ ਬੈਠ ਕੇ ਤਮਿਲ ਚ ਗੱਲ ਕਰਨੀ ਸ਼ੁਰੂ ਕਰ ਦਿਆ ਤੁਹਾਨੂੰ ਨਹੀਂ ਸਮਝ ਆਏਗਾ ਅੱਛਾ ਤੇ ਹੱਸਣਗੇ ਗਲਤੀ ਨਾਲ ਜੇ ਤੁਹਾਡੇ ਵੱਲ ਵੇਖ ਲਿਆ 100% ਤੁਹਾਨੂੰ ਲੱਗੇਗਾ ਭਾਵੇਂ ਉਹ ਤੁਹਾਡੇ ਵਾਲੇ ਗੱਲ ਨਾ ਕਰ ਰਹੇ ਹੋਣ ਆਈ ਆਲਵੇਜ਼ ਸੇ ਰਿਸਪੈਕਟ ਆਪਣੇ ਬੱਚਿਆਂ ਨੂੰ ਵੀ ਅਸੀਂ ਉਹੀ ਸਿਖਾਣਾ ਹੈ ਦੇ ਗੈਟ ਬੁਲੀਡ ਐਟ ਸਕੂਲ rather than labeling it कि bully racism है bully है समझो कि bully हो रहा है ਜਾਂ ਫਿਰ ਸਮਝੋ ਬੁਲਿੰਗ ਹੀ ਹੈ ਹਾਂ ਨਹੀਂ ਬਟ ਵਾਟ ਇਜ਼ ਦ ਟ੍ਰਿਗਰ ਹਾਂ ਕਿ ਟ੍ਰਿਗਰ ਤੁਸੀਂ ਆਪਣੇ ਬੱਚੇ ਦੇ ਨਾਲ ਗੱਲ ਕਰੋ ਟੀਚਰਸ ਦੇ ਨਾਲ ਗੱਲ ਕਰੋ ਟੀਚਰਸ ਦੇ ਉੱਤੇ ਜਾ ਕੇ ਹਮਲਾ ਨਾ ਬੋਲੋ ਕਿ ਤੁਹਾਡੇ ਸਕੂਲ ਦੇ ਵਿੱਚ ਰੇਸਿਜ਼ਮ ਐਕਸਪਲੇਨ ਤੇ when I say that there is genuine cases of racism as well Krishna which are very horrible ਖਾਸ ਕਰ ਹੁਣ ਥੋੜਾ ਜਿਹਾ ਫੰਡਾਮੈਂਟਲਿਜ਼ਮ ਤੋਂ ਜਾਣ ਕੇ ਵੀ ਹੋ ਰਹੇ ਨੇ ਬਟ ਮੋਸਟ ਆਫ ਦਾ ਟਾਈਮ ਅਸੀਂ ਇੱਕ ਅੰਬ੍ਰੇਲਾ ਦੇ ਵਿੱਚ ਪਾ ਦਿੰਦੇ ਆ ਕੁਝ ਵੀ ਗਲਤ ਹੋਇਆ ਜੇ ਮੇਰੇ ਬੱਚੇ ਨੇ ਕੁਝ ਗਲਤ ਵੀ ਕੀਤਾ ਨਾ ਅਸੀਂ ਇਹ ਬੋਲ ਕੇ ਦੇ ਦਿੰਦੇ ਆ ਤੇ ਤੇਰੇ ਨਾਲ ਤਾਂ ਗਲਤੀ ਹੋ ਰਹੀ ਤੂੰ ਤਾਂ ਕੁਝ ਗਲਤ ਕੀਤਾ ਨਹੀਂ ਇਹ ਰੇਸਿਜ਼ਮ ਹੈ ਉਹ ਅਲਟੀਮੇਟਲੀ ਬੱਚੇ ਦੇ ਉੱਪਰ ਹੀ ਪੈਣਾ ਉਹਦੀ ਪਰਸਨੈਲਿਟੀ ਨੂੰ ਹੀ ਉਹੀ ਚੀਜ਼ ਗਲਤ ਸਿੱਖ ਰਿਹਾ ਸੋ ਯੂ ਹੈਵ ਟੂ ਅੰਡਰਸਟੈਂਡ ਜੇ ਅਸੀਂ ਬੱਚੇ ਇੱਥੇ ਲੈ ਕੇ ਆਏ ਆ ਜਾਂ ਅਸੀਂ ਇੱਥੇ ਪੈਦਾ ਕਰ ਰਹੇ ਆ ਉਹ ਸਾਡੇ ਇੱਥੇ ਆਉਣ ਦਾ ਬੋਝ ਨਾ ਚੱਕਣ ਵੀ ਐਸ ਫਰੈਂਡਸ ਟਾਕ ਟੂ them ਐਂਡ ਐਜੂਕੇਟ them ਰਾਈਟ ਮੇਰੇ ਖਿਆਲ ਨਾਲ ਤੁਸੀਂ ਕੱਲ ਦੀ ਪਨੀਰੀ ਤਿਆਰ ਕਰ ਰਹੇ ਹੋ ਹਾਂ ਜੋ ਰੂਟੀਨ ਹੈ ਜੋ ਇਸ ਦੇਸ਼ ਦਾ ਦਿੱਤਾ ਸਿਸਟਮ ਹੈ ਯੂ ਕੈਨ ਨਾਟ ਬੀ ਰਾਜਾ ਪ੍ਰਜਾ ਵਿਦ ਯੋਰ ਬੱਚਾ ਹੈ ਨਾ ਤੁਹਾਨੂੰ ਇੱਕ ਫ੍ਰੈਂਡਲੀ ਲੈਵਲ ਤੇ ਹੀ ਰਹਿਣਾ ਪਏਗਾ ਤੁਹਾਨੂੰ ਬਹੁਤ ਇਨਵੋਲਵਮੈਂਟ ਦੇਣੀ ਪਏਗੀ ਦ ਵੇ ਯੂ ਸੈਡ ਕਿ ਹੈ ਨਾ ਹੋ ਸਕਦਾ ਬੁਲਿੰਗ ਹੋ ਰਹੀ ਹੋਵੇ ਮੇਬੀ देयर इज ਅ ਬੋਡੀ ਸ਼ੇਮਿੰਗ ਦੀ ਗੱਲ ਹੋ ਰਹੀ ਹੋਵੇ ਉਹ ਪਰ ਕਿਉਂਕਿ ਸ਼ਾਇਦ ਅਲੱਗ ਕਮਿਊਨਿਟੀ ਦਾ ਬੱਚਾ ਆਪਾਂ ਉਹਨੂੰ ਰੇਸਿਜ਼ਮ ਦੇ ਅੰਦਰ ਦੇ ਦੇਵਾਂਗੇ ਹੈ ਨਾ ਉਸ ਦੇ ਅੰਦਰ ਸੈਗਮੈਂਟਾਈਜ਼ ਕਰ ਦਿੰਦੇ ਆ ਬਟ ਦ ਪ੍ਰੋਬਲਮ ਸਟਿਲ ਪਰਸਿਸਟ ਕਿਉਂਕਿ ਜਿਸ ਬੱਚੇ ਨਾਲ ਬੁਲਿੰਗ ਹੋਈ ਆ ਉਹਨੂੰ ਇਨਸਿਕਿਉਰਿਟੀ ਆਪਣੇ ਰੰਗ ਨਾਲ ਤਾਂ ਹੈ ਹੀ ਨਹੀਂ ਉਹਨੂੰ ਪਤਾ ਉਸ ਕਰਕੇ ਨਹੀਂ ਹੋ ਰਹੀ ਹੈ ਕਿਸੇ ਹੋਰ ਕਰਕੇ ਸ਼ਾਇਦ ਮੇਰੀ ਬਾਡੀ ਕਰਕੇ ਹੋ ਰਹੀ ਹੈ ਕਿ ਮੈਂ ਹਨਾ ਕੋਈ could be due to body odor could be due to unkept hair it could be you are the best looking person and it could be also could be ਕਿ ਤੁਸੀਂ ਬਹੁਤ ਇੰਟੈਲੀਜੈਂਟ ਹੋ ਤੇ ਲੋਕੀ ਚਿੜ ਰਹੇ ਨੇ ਤੇ ਤੁਹਾਨੂੰ ਉਹ ਕਰ ਰਹੇ ਨੇ ਸਭ ਤੋਂ ਮੇਨ ਕਾਰਨ ਹੀ ਵੈਸੇ ਬੁਲਿੰਗ ਦਾ ਹੀ ਹੁੰਦਾ ਨਾ ਅਸੀਂ ਸਾਰੇ ਉਸ ਸਮਰਾਂ ਚੋਂ ਨਿਕਲੇ ਹਾਂ तो rather than putting it under racism or that ਸਮਝੋ ਪ੍ਰੋਬਲਮ ਕੀ ਹੈ ਸੈਲਫ ਰਿਸਪੈਕਟ ਜੇ ਬਣਾਣੀ ਹੈ ਬੱਚੇ ਦੀ ਤਾਂ ਉਹਨੂੰ ਬੈਠ ਕੇ ਸਮਝਾਉਣਾ ਵੀ ਪਏਗਾ ਨਾ ਕਿ ਕਨਸੈਪਟ ਕੀ ਹੈ ਕਨਵਰਸ ਕਰਨਾ ਪਏਗਾ ਆਪਣੇ ਲਈ ਥੋੜਾ ਜਿਹਾ ਸਟੈਂਡ ਲੈਣਾ ਵੀ ਉਹਨੂੰ ਸਿਖਾਉਣਾ ਪਏਗਾ ਇੱਕ ਦੋ ਵਾਰੀ ਕਈ ਉਹਨੂੰ ਸਿਖਾਓਗੇ ਉਹ ਵਾਪਸ ਸੁਣ ਕੇ ਆਏਗਾ ਤੁਸੀਂ ਵੀ ਤਗੜੇ ਹੋ ਜਾਓ ਕੋਈ ਗੱਲ ਨਹੀਂ ਸੁਣ ਕੇ ਆਇਆ ਉਹ ਕੱਲ ਹੀ ਤਿਆਰ ਹੋ ਰਿਹਾ ਦੇ when you know ਕਿ 2-3 ਵਾਰੀ ਬੱਚੇ ਨੇ ਟਰਾਈ ਕਰ ਲਿਆ ਨਹੀਂ ਹੋ ਰਿਹਾ that's when you book in a meeting with the teacher ਗੱਲ ਕਰੋ ਟੀਚਰ ਦੇ ਨਾਲ ਤੇ ਜੇ ਤੁਹਾਨੂੰ ਲੱਗੇ ਟੀਚਰ ਇਜ਼ ਦਾ ਪ੍ਰੋਬਲਮ ਜਿਹੜਾ ਇਗਨੋਰ ਕਰ ਰਿਹਾ then there are school coordinators there are counselors at school there is principal ਅੰਧੇਰ ਨਗਰੀ ਨਹੀਂ ਹੈ ਪਰ ਚੈਨਲ ਪ੍ਰੋਪਰ ਯੂਜ਼ ਕਰੋ ਅਸੀਂ ਕੀ ਕਰਦੇ ਹਾਂ ਅਸੀਂ ਪਹਿਲਾਂ ਹੀ ਰਾਸ਼ਨ ਪਾਣੀ ਲੈ ਕੇ ਟੀਚਰ ਤੇ ਚੜ ਜਾਂਦੇ ਹਾਂ ਉਹ ਜਦੋਂ ਟੀਚਰ ਵੀ ਇਨਸਾਨ ਹੈ ਉਹ ਦੇਖਦੇ ਕਿ ਕਨਫਰੰਟੇਸ਼ਨ ਹੋ ਰਹੀ ਉਹ ਡਿਫੈਂਸ ਤੇ ਆ ਜਾਂਦੇ ਨੇ ਕਿ ਤੁਹਾਡੇ ਬੱਚੇ ਦੀ ਗਲਤੀ ਹੈ ਕਦੀ ਵੀ ਜਾ ਕੇ ਪਹਿਲਾਂ ਗਲਤੀ ਨਾ ਕੱਢੋ ਹੈਵ ਅ ਕਨਵਰਸੇਸ਼ਨ ਬੀ ਮੈਚੁਰ ਅਬਾਊਟ ਇਟ ਕਿ ਠੀਕ ਹੈ ਪ੍ਰੋਬਲਮ ਦੱਸੋ ਉਹਨਾਂ ਨੂੰ ਦੱਸੋ ਤੁਹਾਡੇ ਬੱਚੇ ਤੇ ਇੰਪੈਕਟ ਕੀ ਪੈ ਰਿਹਾ ਹੈ ਸਮਝਣ ਦੀ ਕੋਸ਼ਿਸ਼ ਕਰੋ ਦੇयर ਸ਼ੁੱਡ ਬੀ ਦ ਰਾਈਟ ਡਾਇਗਨੋਸ ਨਾ ਕਿ ਮਤਲਬ ਬੁਖਾਰ ਤਾਂ ਹਰ ਕਿਸੇ ਨੂੰ ਚੜ ਸਕਦਾ ਮੈਨੂੰ ਹੋ ਸਕਦਾ ਕਿ ਵਾਇਰਲ ਹੈ ਕਿਸੇ ਹੋਰ ਨੂੰ ਹੋ ਸਕਦਾ ਕਿ ਉਂਗਲੀ ਦੀ ਇਨਫੈਕਸ਼ਨ ਕਰਕੇ ਤੇ ਤੁਸੀਂ ਉਹਦੇ ਲਈ ਵਾਇਰਲ ਦੀ ਗੋਲੀ ਖਾਈ ਜਾਓਗੇ ਤੇ ਫਿਰ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਦਾ
That is so right. Very, very wise woman you are. Very good. विद एक्सपीरियंस सर जी, विद एक्सपीरियंस 2 बच्चे, एक पति, माँ प्यो, भाई भैन, सिखा देंगे ने। सिखा देनी है चीज़ें, हाँ नहीं। I've worked very closely with migrant families, Krishna here. Good 10 years मैं काउंसलिंग की थी। फिर बच्चियाँ करके ही I took a break from counseling because वो बड़े हो रहे थे, they needed a mother. So 4 साल मैं पीछे काउंसलिंग नहीं की थी because they needed me. So स्कूल तो आन I made sure कि work from home लेता, कि स्कूलों आन I'm there, ਚਾਹੇ ਮੈਂ ਕਮਰੇ 'ਚ ਨਹੀਂ ਬੈਠੀ ਪਰ ਬੱਚੇ ਦੀ ਐਕਟੀਵਿਟੀ ਪਤਾ ਚੱਲਦੀ ਹੈ। ਸ਼ਾਮੀ ਉਹਨਾਂ ਦੇ ਨਾਲ ਜਦੋਂ ਚਾਹ ਪੀਣੀ ਹੈ ਸੋਫੇ ਤੇ ਬਹਿ ਕੇ ਚੱਲ, ਮੇਰਾ ਉਹਨਾਂ ਨੂੰ ਨਹੀਂ ਕਹਿਣਾ ਕਿ ਤੂੰ ਮੇਰੇ ਨਾਲ, ਮੈਨੂੰ ਇਕੱਲਾਪਨ ਫੀਲ ਹੋ ਰਿਹਾ, ਇਟ ਇਜ਼ ਆਲ ਅਬਾਊਟ ਮੀ ਨਾ, ਮੈਨੂੰ ਇਕੱਲਾਪਨ ਆ ਕੇ ਮੈਨੂੰ 10 ਮਿੰਟ ਦੇ ਦੇ। ਉਸ 10 ਮਿੰਟ ਦੇ ਵਿੱਚ ਫਿਰ ਪੁੱਛਣਾ ਹੈ ਨੋਆ ਕਿੱਦਾਂ ਦਾ ਸੀ, ਫੋਰ ਐਗਜ਼ਾਮਪਲ ਉਹਦਾ ਫਰੈਂਡ ਹੈ, ਜੇ ਤਾਂ ਬੜਾ ਅੱਛਾ ਰਿਸਪੌਂਸ ਆ ਗਿਆ ਬੜਾ ਚੰਗਾ ਹੈ, ਜੇ ਹਾਂ ਠੀਕ ਸੀ ਤਾਂ ਤੁਹਾਨੂੰ ਪਤਾ ਲੱਗੇ ਕਿ ਸਕੂਲ ਦੇ ਵਿੱਚ ਕੁਝ ਹੋਇਆ। ਟੱਚ ਡਿਫਰੈਂਟ ਟੌਪਿਕਸ ਐਂਡ ਉਹਨਾਂ ਦੇ ਨਾਲ ਉਸ ਵੇਲੇ ਕਈ ਵਾਰੀ ਉਹ ਕਨਵਰਸੇਸ਼ਨਸ ਕਰੋ ਜਿਹੜੀ ਬੜੀ ਹਾਰਡ ਨੇ। ਗੁੱਡ ਟੱਚ ਬੈਡ ਟੱਚ ਮੈਂ ਓਵਰ ਕੱਪ ਆਫ ਟੀ ਕੀਤਾ ਆਪਣੇ ਬੱਚਿਆਂ ਦੇ ਨਾਲ। And it gets awkward. It gets very awkward, especially with my son. With my daughter, I was still okay. With my son, I had to have that conversation. मैं अपने husband को क्या कहते तू कर ले। It's a man. Fair enough, भाई मतलब counselor हो पढ़ने करना चाहिए। I had to have that conversation, and there was talk about drugs, there was talk about smoking and alcohol. ये topics ਕੰਫਰਟੇਬਲ ਟੌਪਿਕਸ ਨਹੀਂ ਨੇ। ਐਂਡ ਇਹ ਸਭ ਉਹ ਚੀਜ਼ਾਂ ਨੇ ਜੋ ਸ਼ਾਇਦ ਸਾਨੂੰ ਲੱਗਦਾ ਕਿ ਬਹੁਤ ਦੂਰ ਆ, ਪਰ ਇੰਨਾ ਦੂਰ ਹੈ ਨਹੀਂ ਬੱਚੇ। ਜੇ ਮੈਂ ਗੱਲ ਨਾ ਕਰਦੀ ਮੈਨੂੰ ਤਾਂ ਪਤਾ ਚੱਲਿਆ, ਮੇਰਾ ਬੇਟਾ 8th ਕਲਾਸ ਦੇ ਵਿੱਚ ਸੀ ਤੇ 6th ਕਲਾਸ ਤੋਂ ਉਹਨੂੰ ਵੇਪਿੰਗ ਦਾ ਪਤਾ ਸੀ ਕਿਉਂਕਿ ਬੱਚੇ ਸਕੂਲ ਵੇਪ ਲੈ ਕੇ ਆਉਂਦੇ ਸੀ। ਐਂਡ ਆਈ ਸੈਡ ਬੇਟਾ ਫਿਰ ਕੀ ਕੀਤਾ, ਕਹਿੰਦੇ ਨਹੀਂ ਮੈਨੂੰ ਸਕੂਲ ਦੇ ਵਿੱਚ ਟਾਇਲਟ 'ਚ ਬੱਚੇ ਨੇ ਕਿਹਾ ਤੂੰ ਟਰਾਈ ਕਰਨੀ ਹੈ, ਮੈਂ ਉਹਨੂੰ ਕਿਹਾ ਨਹੀਂ। ਐਂਡ ਮੇਰਾ ਦਿਲ ਅੰਦਰੋਂ ਤਾਂ ਬਹਿ ਗਿਆ, ਮੈਂ ਕਿਹਾ ਮੈਂ ਹੁਣ ਗੁੱਸਾ ਵੀ ਚੜਿਆ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ, ਪਰ ਮੈਂ ਕਿਹਾ ਚਲੋ ਬਹੁਤ ਚੰਗਾ ਕੀਤਾ ਬੇਟਾ ਜੀ, ਬਟ ਵਾਈ ਡਿਡ ਯੂ ਸੇ ਨੋ, I wanted to understand. He says, Mom, I'm 8. But vaping, ਉਹ ਤੁਹਾਡੀ brain cells ਮਾਰ ਦਿੰਦਾ, ਸਾਡੀ ਟੀਚਰ ਨੇ ਦੱਸਿਆ। So as a mother, you feel comfortable ਕਿ ਬੇਟੇ ਨੂੰ right and wrong ਪਤਾ ਹੈ। But it cannot be the case every time. Every time. And I told him, it was very, I said, ਬੇਟਾ ਜੀ ਦੇਖੋ, I'm proud of you, ਪਰ ਜੇ ਕਦੀ ਵੀ ਤੁਸੀਂ ਕੁਛ ਵੀ ਕੀਤਾ, I should be the first person to know. I'm not going to be upset, but mom can be there ਜੇ ਕੁਝ ਖਰਾਬ ਹੋ ਜਾਏ, if something goes wrong. And he's looking at me, says, you're the only one who says that. ਕਿਸੇ और की मम्मी होती तो थप्पड़ लगा देती है। I said, अंदरों तो दिल कर रहा सी पर बाहरों नहीं कह सकती। मेरे ख्याल में इसी तरीके का ट्रस्ट हुई है ना। Correct. बंदा। So you touched base on a bit on online gaming। इन्हें मैं देखा कि ये बड़ा पंगे वाली चीज है, बहुत scary चीज है। हल्का जे आप थोड़ा डिटेल जे ਇਹਦੇ ਉੱਪਰ ਕਰ ਪਾਈਏ in terms of ਕਿ ਇੱਕ ਤਾਂ ਹੈ ਕਿੱਦਾਂ ਦੇ ਪਲੇਟਫਾਰਮਸ ਨੇ ਜਿਹੜਾ ਬੱਚੇ ਯੂਜ਼ ਕਰ ਰਹੇ ਐਂਡ ਦੈਨ ਹਾਊ ਦੇ ਕੈਨ ਬੀ ਗਰੂਮਡ, ਤੇ ਆਰ ਦੇਅਰ ਵੇਜ਼ ਕਿ ਉਹ ਰੋਕੀ ਵੀ ਜਾ ਸਕਦੀ ਹੈ ਕਿ ਬੱਚਾ ਖੇਡਣਾ ਜਾਂਦਾ ਖੇਡ ਲੈ, ਪਰ ਕੁਝ ਹੈ ਤਰੀਕਾ। 100% ਤੇ ਨਹੀਂ ਰੋਕੀ ਜਾ ਸਕਦੀ ਕ੍ਰਿਸ਼ਨਾ, ਬਿਕਾਜ਼ ਇੱਕ ਜਿਵੇਂ ਮੈਂ ਕਹਿ ਰਹੀ ਹਾਂ ਰੋਬਲੌਕਸ ਹੋ ਗਿਆ, ਮਾਈਨਕ੍ਰਾਫਟ ਹੋ ਗਈ, ਸਾਰੀ ਗੇਮਿੰਗ ਜ਼ੋਨਸ ਅੱਜ ਕੱਲ੍ਹ ਇੱਕ ਫੀਚਰ ਦੇ ਨਾਲ ਆਉਂਦੀ ਹੈ ਚੈਟ। ਦੈਟ ਮੀਨਸ ਦੇ ਕੈਨ ਹੈਵ ਅ ਕਨਵਰਸੇਸ਼ਨ ਵਿਦ ਦੇਅਰ ਫਰੈਂਡਸ, ਇਹ ਗਰੁੱਪ ਦੇ ਵਿੱਚ ਖੇਡਦੇ ਨੇ, ਰਾਈਟ। ਫੋਰਟਨਾਈਟ ਹੋ ਗਈ। ਅੱਛਾ, ਇਹਦੇ ਵਿੱਚ ਕੀ ਹੁੰਦਾ, ਤੁਹਾਨੂੰ ਰਿਕੁਐਸਟ ਆਉਂਦੀ ਹੈ, ਤੁਹਾਨੂੰ ਆਪਣੀ ਟੀਮ ਵੀ ਵੱਡੀ ਕਰਨੀ ਹੁੰਦੀ ਹੈ ਤਾਂ ਕਿ ਤੁਸੀਂ ਜਿੱਤ ਸਕੋ। ਸੋ ਕਈ ਵਾਰੀ ਉਹਨੇ ਫਰੈਂਡਸ ਨਹੀਂ ਹੁੰਦੇ, ਇਹ ਬੇਟੇ ਕੋਲੋਂ ਸਿੱਖਿਆ, ਲਾਈਕ ਵਾਈ ਹੀ ਡਿਡ ਇਟ। ਸੋ ਉਹ ਰੈਂਡਮ ਪੀਪਲ ਦੀ ਰਿਕੁਐਸਟ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਟੀਮ ਵਧਾਣੀ ਹੈ। ਫਿਲਹਾਲ ਆਪਾਂ ਇੱਕ ਕੋਐਲੀਸ਼ਨ ਬਣਾ ਲੈਂਦੇ ਹਾਂ ਜਿੱਤਣ ਵਾਸਤੇ। ਤੇ ਫਿਰ ਹੁੰਦਾ ਕੀ ਹੈ, ਵਾਈਲ ਦੇ ਆਰ ਪਲੇਇੰਗ ਚੈਟ ਚੱਲ ਰਹੀ ਹੈ, 101 ਚੈਟ ਵੀ ਤੁਸੀਂ ਪ੍ਰੋਪ ਕਰ ਸਕਦੇ ਹੋ। ਤੇ ਕਈ ਵਾਰੀ 101 ਪ੍ਰੋਪ ਹੁੰਦੀ ਹੈ, ਯੂ ਪਲੇ ਸੋ ਵੈਲ, ਹਾਊ ਓਲਡ ਆਰ ਯੂ? ਬੱਚਾ ਕਹਿੰਦਾ ਆਈ ਐਮ ਪਲੇਇੰਗ ਸੋ ਵੈਲ, ਆਈ ਐਮ ਓਨਲੀ 10। ਬੋਲਾ ਗ੍ਰੇਟ ਮੈਨ, ਆਈ ਲਵ ਯੋਰ ਸ਼ੂਟਿੰਗ ਸਕਿਲਸ, ਤੂੰ ਬੜਾ ਚੰਗਾ ਸ਼ੂਟ ਕਰ ਰਿਹਾ, ਬॉय ਔਰ ਅ ਗਰਲ? ਬੰਦਾ ਕਹਿੰਦਾ ਆਮ ਅ ਗਰਲ ਐਂਡ ਆਈ ਕੈਨ ਸ਼ੂਟ ਵੈਰੀ ਵੈਲ। ਤਾਂ ਅੱਗੋਂ ਜਿਹੜਾ ਉਹਨੂੰ ਪਤਾ ਲੱਗਿਆ 10 ਸਾਲ ਦੀ ਕੁੜੀ ਖੇਲ ਰਹੀ ਹੈ, ਉਹ 14 ਸਾਲ ਦਾ ਮੁੰਡਾ ਬਣ ਕੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ। ਸਟਾਰਟਿੰਗ ਦੇ 2 ਹਫ਼ਤੇ 3 ਹਫ਼ਤੇ ਮਹੀਨਾ ਜਸਟ ਰੈਂਡਮ, ਯੂ ਸ਼ੂਟ ਵੈਲ, ਯੂ ਸ਼ੂਟ ਵੈਲ, ਯੂ ਡੂ ਵੈਰੀ ਵੈਲ। ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ, ਮੈਨ I wish I could, see you once. ਇਹਦੇ ਵਿੱਚ ਤਾਂ ਜਿਹੜਾ ਤੇਰਾ ਐਵਟਾਰ ਹੈ ਉਹ ਜਸਟਿਸ ਨਹੀਂ ਕਰ ਰਿਹਾ, ਤੂੰ ਇੰਨਾ ਚੰਗਾ ਖੇਲ ਰਹੀ ਹੈ। ਬੱਚਾ 10 ਸਾਲ ਦਾ ਕਿੰਨਾ ਕੁ ਦਿਮਾਗ ਰੱਖਦਾ ਹੈ। ਐਂਡ ਉਹ ਇੱਕ ਜਸਟ ਟੂ ਗਿਵ ਕੰਟੈਕਸਟ ਟੂ एवरीवन ਕਿ ਇਹ ਵੀ ਇਸ ਤਰ੍ਹਾਂ ਨਹੀਂ ਕਿ ਲੈਵਲ ਟਾਈਪ ਗੇਮ ਨਹੀਂ ਹੈ, ਕਿਹਾ ਕਿ ਇੱਕ ਤੁਸੀਂ ਇੱਕ ਲੈਂਡ 'ਚ ਹੋ, ਇੱਕ ਦੁਨੀਆ ਬਣੀ ਹੋਈ ਹੈ ਕਿ ਤੁਸੀਂ ਘੁੰਮ ਫਿਰ ਵੀ ਰਹੇ ਹੋ ਉਹਦੇ ਅੰਦਰ, ਸਭ ਕੁਝ ਕਰ ਰਹੇ ਹੋ, ਜੋ ਟਾਸਕ ਉਹ ਵੀ ਕਰਦੇ ਪਏ ਹੋ ਨਾ, ਕਿ ਕਿਉਂਕਿ ਤਾਂ ਹੀ ਉਹ ਐਡਿਕਟਿਵ ਬਹੁਤ ਹੈ। 10 ਸਾਲ ਦਾ ਬੱਚਾ 25 ਸਾਲ ਦੇ ਬੰਦੇ ਨਾਲ, 45 ਸਾਲ ਦੇ ਬੰਦੇ ਨਾਲ ਵੀ ਖੇਲ ਰਿਹਾ ਹੈ, ਐਂਡ देयर इज नो वे टू ऑथेंटिकेट इट।
ਤੇ ਇਹਦਾ ਕੀ ਫਿਰ ਹੱਲ ਹੋ ਸਕਦਾ ਟੂ ਕੀਪ ਅ ਚੈੱਕ ਆਲਸੋ ਐਂਡ ਆਪਣੇ ਬੱਚੇ ਦਾ ਜੋ ਆਪਾਂ ਗੱਲ ਕਰ ਰਹੇ ਹਾਂ ਦੇਖੋ ਕਿ ਵੈਸੇ ਤਾਂ ਆਈਡੀਅਲ ਵੇ ਹੁੰਦਾ ਕਿ ਬੱਚਿਆਂ ਦਾ ਲੈਪਟਾਪ ਜਾਂ ਕੰਪਿਊਟਰ ਇੱਕ ਕਾਮਨ ਏਰੀਆ ਦੇ ਵਿੱਚ ਹੋਏ। ਅੱਜ ਕੱਲ ਬੱਚਿਆਂ ਦੇ ਸਟੱਡੀਜ਼ ਸਾਰੇ ਉਹਨਾਂ ਦੇ ਮੇਨ ਰੂਮ ਦੇ ਵਿੱਚ ਨੇ, ਪਰ ਜੇ ਬੱਚੇ ਛੋਟੇ ਨੇ ਆਈ ਵੁੱਡ ਸਟਿਲ ਸੇ 14-15 ਸਾਲ ਤੱਕ ਪਲੀਜ਼ ਟਰਾਈ ਕਰੋ ਕਿ ਕਾਮਨ ਏਰੀਆ ਦੇ ਵਿੱਚ ਉਹਨਾਂ ਦਾ ਕੰਪਿਊਟਰ ਹੋਏ। ਜੇ ਕੰਨ ਤੇ ਲਗਾ ਕੇ ਵੀ ਉਹ ਗੱਲ ਕਰ ਰਹੇ ਨੇ, ਕੀ ਗੱਲ ਕਰ ਰਹੇ ਨੇ, ਇਟ ਇਜ਼ ਐਨ 에ਅਰ ਸ਼ਾਟ ਅਵੇ ਫਰਮ ਯੂ। ਤੁਸੀਂ ਕਿਚਨ 'ਚ ਕੰਮ ਕਰ ਰਹੇ ਹੋ, ਡਰਾਇੰਗ ਰੂਮ 'ਚ ਬੈਠੇ ਹੋ, ਮੇਰਾ ਰੂਲ ਇਹ ਸੀਗਾ ਕਿਉਂਕਿ ਉਹਦੀ ਰੂਮ ਦੇ ਵਿੱਚ ਉਹ ਸੀਗਾ, ਮੈਂ ਨਾਲ ਵਾਲੇ ਰੂਮ ਦੇ ਵਿੱਚ ਆਪਣਾ ਲੈਪਟਾਪ ਖੋਲ ਕੇ ਬੈਠਦੀ ਸੀ, ਦਰਵਾਜ਼ਾ ਉਹਦਾ ਖੁੱਲ੍ਹਾ ਹੁੰਦਾ ਸੀ ਤੇ ਜਿਹੜੀ ਕਨਵਰਸੇਸ਼ਨ ਵੀ ਹੋ ਰਹੀ ਹੈ ਆਈ ਕੁਡ ਰੀਅਲੀ ਸੈਂਸ ਦੈਟ। ਪਲੱਸ ਆਈ ਹੈਡ ਟੂ ਜਿਨ ਆਰਟੀਕਲਸ ਆਉਂਦੇ ਸੀ ਆਨਲਾਈਨ ਵਗੈਰਾ ਕੁਛ, ਮੈਂ ਉਹਨੂੰ ਫਾਰਵਰਡ ਕਰਦੀ ਰਹਿੰਦੀ ਸੀ। 5 ਦੇ ਵਿੱਚ 2 ਵੀ ਦੇਖੇਗਾ ਤੇ ਫਿਰ ਮੈਂ ਜਾ ਕੇ ਪੁੱਛਣਾ ਤੂੰ ਪੜ੍ਹਿਆ ਸੀ? ਅੱਛਾ ਪੜ੍ਹਿਆ ਸੀ, ਉਹਦੇ ਵਿੱਚ ਇਹ ਐਗਜ਼ਾਮਪਲ ਸੀ। ਜਸਟ ਅ ਸਟਡੀ ਰੀਅਲ ਕੇਸ ਸਟੱਡੀ ਜਿੰਨਾ ਤੁਸੀਂ ਜਿਵੇਂ ਤੇ ਐਕਸਾਈਟਿਡ ਹੋ ਕੇ ਜਾ ਤੁਹਾਨੂੰ ਪਤਾ ਬੇਟਾ ਮੈਂ ਇਹ ਚੀਜ਼ ਪੜ੍ਹੀ, ਉਹਦੇ ਵਿੱਚ ਤੁਸੀਂ ਦੇਖਿਆ ਬੱਚੇ ਦੇ ਨਾਲ ਕੀ ਹੋਇਆ। ਫਿਰ ਉਹ ਮਜਬੂਰੀ ਦੇ ਵਿੱਚ ਪੜ੍ਹੇਗਾ। ਅੱਜ ਤੁਹਾਨੂੰ ਕਹੇਗਾ ਮੰਮਾ ਤੁਸੀਂ ਜ਼ਿਆਦਾ ਸੋਚਦੇ ਹੋ, ਪਰ ਦਿਮਾਗ ਦੇ ਵਿੱਚ ਉਹ ਚੀਜ਼ ਰਹੇਗੀ। ਕਦੀ ਵੀ ਲੈਕਚਰ ਬੱਚੇ ਦੇ ਦਿਮਾਗ 'ਚ ਨਹੀਂ ਜਾਏਗਾ। ਹਾਂ ਓਕੇ। ਰੀਅਲ ਲਾਈਫ ਸਿਚੁਏਸ਼ਨਸ ਆਪ ਬੇਵਕੂਫ ਬਣ ਜਾਓ। ਬੋਲਾ ਅੱਜ ਮੇਰੀ ਫਰੈਂਡ ਮੈਨੂੰ ਕਹਿ ਰਹੀ ਸੀ ਉਹਨਾਂ ਦੇ ਘਰ ਦੇ ਵਿੱਚ ਇੱਦਾਂ ਹੋ ਗਿਆ, ਉਹਨਾਂ ਦੇ ਬੱਚੇ ਨੂੰ ਕਿਸੇ ਅੰਕਲ ਨੇ 10 ਸਾਲ ਦਾ ਬਣ ਕੇ ਬੇਵਕੂਫ ਬਣਾ ਲਿਆ। ਇਹ ਕਿੱਦਾਂ ਹੁੰਦਾ ਹੈ? ਦੈਨ ਦ ਚਾਈਲਡ ਵਿਲ ਟੇਕ ਯੂ ਟੂ ਦ ਗੇਮ, ਐਜੂਕੇਟ ਯੂ। ਤੁਸੀਂ ਉੱਥੇ ਐਜੂਕੇਸ਼ਨ ਨਹੀਂ ਲੈਣੀ, ਤੁਸੀਂ ਇਹ ਦੇਖਣਾ ਕਿ ਤੁਹਾਡੇ ਬੱਚੇ ਨੂੰ ਪਤਾ ਤੇ ਕਿੱਥੇ ਕੀ ਹੋ ਰਿਹਾ। You have to be that little child with the child. That's a very good point. So that is how I did with both my kids. Okay. That's how my friends are doing with their kids and it works. And ਇੱਕ ਪਾਰਟਿੰਗ ਕੁਐਸਚਨ ਹੈ ਨਾ ਕਿ ਹੁਣ ਆਪਾਂ ਉਸ ਪੇਰੈਂਟ ਨੂੰ ਜੋ ਪੇਰੈਂਟ ਇਹ ਗੱਲ ਸੁਣ ਰਿਹਾ ਹੈ ਨਾ, ਉਹ ਇਹ ਕੀ ਟੇਕ ਅਵੇ ਨਾ ਲੈਣ ਕਿ ਦੇਰ ਇਜ਼ ਸਮਥਿੰਗ ਜੋ ਮੇਰੇ ਅੰਦਰ ਸ਼ਾਇਦ ਕੁਛ there is something that I am lacking है ना. This is not about lacking, it is about changing तरीके है ना, चेंजिंग तरीके। वाह वेल डन। तरीके चेंज करने का ये अंग्रेजी बोलना है लोग क्या नाल ना मैं मिक्स होया ना थोड़ा। I'm sorry about that बच्चा। पर ਵੱਖੋ ਵੱਖਰੇ ਤਰੀਕੇ ਕਿਉਂਕਿ ਮੈਨੂੰ ਲੈ ਕੇ ਆਣੇ ਚਾਹੀਦੇ ਨੇ। ਇਜ਼ देयर अ ਰੂਲ ਆਫ ਥੰਬ, ਕੋਈ ਤਰੀਕਾ, ਕੋਈ ਇੱਕ ਕੀ ਟੇਕ ਅਵੇ ਜੋ ਉਹ ਲੈ ਸਕਣ, ਇੱਕ ਮੋਟਾ ਕਿ ਇਹ ਤਾਂ ਐਟਲੀਸਟ ਕਰਨਾ ਸ਼ੁਰੂ ਕਰੋ ਐਂਡ ਯੂ ਵਿਲ ਸੀ ਦਾ ਡਿਫਰੈਂਸ। ਜਿਹਨੂੰ ਲੱਗ ਰਿਹਾ ਕਿ ਮੇਰੇ ਬੱਚੇ ਨਾਲ ਅੱਜ ਕਨੈਕਟ ਉਹ ਨਹੀਂ ਹੈ ਜਿੱਦਾਂ ਦਾ ਮੈਂ ਚਾਹੁੰਦਾ ਜੀ, ਇੱਕ ਕੀ ਟੇਕ ਅਵੇ ਜੋ ਦਿੱਤਾ ਜਾ ਸਕਦਾ ਆਊਟ ਆਫ ਸਾਰੀ ਚੈਟ? Participate with them in their life, not participate in them with your life. ਹਾਂ ਉਹ You get me? ਯੈਸ। ਤੁਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਿਕਸ ਨਾ ਕਰੋ, ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣੋ। ਉਹ ਜੋ ਐਕਟੀਵਿਟੀ ਕਰ ਰਹੇ ਨੇ 2 ਘੰਟੇ ਲਈ ਨਹੀਂ ਬਹਿਣਾ, 10 ਮਿੰਟ ਲਈ, ਪਰ ਬੇਵਕੂਫ ਬਣ ਜਾਓ। ਆਪਣੇ ਬੱਚਿਆਂ ਨੂੰ ਆਪਣਾ ਪੇਰੈਂਟ ਬਣ ਕੇ ਸਮਝਾਉਣ ਦਿਓ। That is when you understand ਉਹਨਾਂ ਦੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ। ਇਨਫਿਲਟ੍ਰੇਸ਼ਨ ਕਹਿੰਦੇ ਨਾ, ਤੁਸੀਂ ਧੁਰੰਦਰ ਦੇਖੀਏ, ਜੀ ਜੀ, ਰॉ ਏਜੰਟ ਪਾਕਿਸਤਾਨੀ ਬਣ ਕੇ ਉਹਨਾਂ ਦੇ ਵਿੱਚ ਗਿਆ। We need to be those raw agents in our kids' family. You have to be one of them. If you are one of them, you'll be able to control them, educate them, ਉਹਨਾਂ ਦੀ ਜ਼ਿੰਦਗੀ ਨੂੰ ਸਹੀ ਰਸਤੇ ਬੜੇ ਚੰਗੇ ਤਰੀਕੇ ਨਾਲ ਮੋੜੋਗੇ। ਜੇ ਤੁਸੀਂ ਹੁਕੂਮਤ ਬਣ ਕੇ ਰਹੋਗੇ ਤਾਂ ਫਿਰ ਉਹ ਪ੍ਰਜਾ ਹੈ, ਉਹ ਬਿਫਰਦੀ ਵੀ ਹੈ, ਉਹ ਛੁਪਾਉਂਦੀ ਵੀ ਹੈ ਤੇ ਕੱਲ ਨੂੰ ਸੱਤਾ ਪਲਟਦੀ ਵੀ ਹੈ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੇਅਰ ਯੂ ਵਾਂਟ ਟੂ ਬੀ। ਵੈਰੀ ਵੈਲ ਪੁੱਟ। ਥੈਂਕ ਯੂ ਦੀਪਿਕਾ ਜੀ, ਥੈਂਕਸ ਫॉर ਦਿਸ ਵੈਰੀ ਲਵਲੀ ਐਂਡ ਵੈਰੀ ਐਜੂਕੇਟਿੰਗ ਚੈਟ। ਮੇਰਾ ਬੱਚਾ ਨਹੀਂ ਹੈ ਪਰ ਮੈਨੂੰ ਬਹੁਤ ਜ਼ਿਆਦਾ ਫਿਲਹਾਲ ਰਿਸਪੌਂਸਿਬਿਲਿਟੀ ਫੀਲ ਹੋ ਰਹੀ ਹੈ। ਮੈਂ ਰਾਤ ਜਾਂਦੇ ਕਿਸੇ ਬੱਚੇ ਨੂੰ ਹਲਕਾ ਜਿਹਾ ਪੇਰੈਂਟ ਕਰਦਾ ਚਲਾ ਜਾਵਾਂਗਾ, ਬੇਟਾ ਇਸ ਤਰ੍ਹਾਂ ਨਹੀਂ, ਮੈਂ ਹੈ ਤੇਰੇ ਨਾਲ, ਤੂੰ ਦੱਸਿਆ ਕਰ ਗੱਲ, ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਜੋਕਸ ਅਪਾਰਟ, ਆਪਾਂ ਇੱਦਾਂ ਦੇ ਸ਼ੋਜ਼ ਜਾਂ ਇੱਦਾਂ ਦੀ ਗੱਲਬਾਤ ਇਸ ਕਰਕੇ ਕਰਦੇ ਕਿਉਂਕਿ ਇਟ ਇਜ਼ ਡਾਟਾਬੇਸ ਦੇ ਅੰਦਰ ਆਉਣ ਵਾਲੀਆਂ ਚੀਜ਼ਾਂ ਹੋ ਚੁੱਕੀਆਂ ਹੁਣ ਹੈ ਨਾ ਕਿ ਮੈਂਟਲ ਹੈਲਥ ਆਉਣ ਵਾਲੇ ਸਮੇਂ 'ਚ, ਹੁਣ ਵੀ ਵੈਸੇ ਕਹਿ ਸਕਦੇ ਆਪਾਂ, ਪਰ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡਾ ਪਲੇਗ, ਸਭ ਤੋਂ ਵੱਡਾ ਐਪੀਡੈਮਿਕ ਹੋ ਸਕਦਾ। ਅਤੇ ਸਾਡੀ ਆਉਣ ਵਾਲੀ ਜਨਰੇਸ਼ਨ, ਜਿਹੜੀ ਸਾਡੀ ਵੱਧ ਰਹੀ ਜਨਰੇਸ਼ਨ, ਜਿਹੜੇ ਸਾਡੇ ਬੱਚੇ ਆ, ਉਹ ਉਹਦੇ ਫਰੰਟ ਲਾਈਨ 'ਤੇ ਨੇ ਕਿਉਂਕਿ ਉਹਨਾਂ ਨੇ ਬਹੁਤ ਵੱਖਰੇ ਜੇ ਕਲਚਰ ਵੇਖ ਰਹੇ ਹੋ ਆਪਣੀ ਛੋਟੀ ਜੀ ਇਸ ਜ਼ਿੰਦਗੀ ਦੇ ਅੰਦਰ ਜਿੰਨੇ ਕੁ ਉਹਨਾਂ ਨੇ ਹਜੇ ਤੱਕ ਦੇਖੀ ਆ। ਸੋ ਵੀ ਟਰਾਈ ਟੂ ਹੈਲਪ ਬਾਏ ਬ੍ਰਿੰਗਿੰਗ ਇਨ ਐਕਸਪਰਟਸ ਕਿ ਤੁਸੀਂ ਜਿੰਨਾ ਕੁ ਸਿੱਖ ਸਕੋ ਜਾਂ ਉਹਦੇ ਅੰਦਰ ਵਾਧਾ ਪਾ ਸਕੋ, ਉਹਦੇ ਨਾਲ ਦੀ ਰੀਸ ਨਹੀਂ। ਸੋ ਪਲੀਜ਼ ਆਪਣੇ ਫੀਡਬੈਕ ਸਾਡੇ ਨਾਲ ਸ਼ੇਅਰ ਕਰਨਾ ਰੇਡੀਓ ਹਾਂਜੀ ਤੇ ਇਸੇ ਤਰ੍ਹਾਂ ਦੇ ਹੋਰ ਵਧੀਆ ਪ੍ਰੋਗਰਾਮ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 ਤੇ। ਮੈਂ ਸੀ ਕ੍ਰਿਸ਼ਨਾ, ਕਰਦੇ ਹਾਂ ਗੱਲਬਾਤ ਕਿਸੇ ਹੋਰ ਦਿਨ ਦੁਬਾਰਾ। ਥੈਂਕ ਯੂ।